यस प्लीज। आवाज आ रही है कि नहीं? देखो ऑडियंस। यस प्लीज। गुड मॉर्निंग सर। गुड मॉर्निंग सर। गुड मॉर्निंग गुरचरण जी। गुड मॉर्निंग। गुड मॉर्निंग सर। गुड मॉर्निंग सर। गुड मॉर्निंग। गुड मॉर्निंग एवरीवन। Good गुड मॉर्निंग जी। लेट अस स्टार्ट। टुडे वी विल डिस्कस NAPSI ਦਾ ਐਗਜ਼ਾਮੀਨੇਸ਼ਨ ਪੇਪਰ ਨੰਬਰ 3। ਅਸੀਂ ਪੜ੍ਹ ਚੁੱਕੇ ਸੀ ਇਸ ਤੋਂ ਪਹਿਲਾਂ ਪੰਜਾਬ ਟੈਨੈਂਸੀ ਐਕਟ ਤੇ ਉਹਦੇ ਰੂਲਸ ਪੜ੍ਹ ਚੁੱਕੇ ਸੀਗੇ ਤੇ ਅੱਜ ਅਸੀਂ ਨਵੀਂ ਬੁੱਕ ਸ਼ੁਰੂ ਕਰਨ ਜਾ ਰਹੇ ਹਾਂ, ਪੰਜਾਬ ਸੈਟਲਮੈਂਟ ਮੈਨੂਅਲ। ਪੰਜਾਬ ਸੈਟਲਮੈਂਟ ਮੈਨੂਅਲ ਦੇ ਸਾਡੇ ਜਿਹੜੇ ਸਾਨੂੰ ਸਿਰਫ ਇਹ ਅਪੈਂਡਿਕਸਸ ਦਿੱਤੀਆਂ ਗਈਆਂ ਨੇ 7, 8, 9 ਤੇ 21। ਇਹ ਜਿਹੜੇ ਸਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ ਅਪੈਂਡਿਕਸ 7, 8, 9 ਐਂਡ 21। ਅੱਜ ਅਸੀਂ ਡਿਸਕਸ ਕਰਾਂਗੇ ਅਪੈਂਡਿਕਸ ਨੰਬਰ 7। ਇਟ ਜਿਹੜੀ ਰਿਲੇਟ ਕਰਦੀ ਹੈਗੀ ਹੈ ਸਾਡੇ ਪੈਰਾ ਨੰਬਰ 256 ਨੂੰ। ਸੈਟਲਮੈਂਟ ਮੈਨੂਅਲ ਦਾ ਜਿਹੜਾ ਪੈਰਾਗ੍ਰਾਫ ਹੈਗਾ 256 ਉਹਦੇ ਨਾਲ ਰਿਲੇਟ ਕਰਦੀ ਹੈ। 256 ਜਿਹੜਾ ਪੈਰਾ ਹੈਗਾ ਸਾਡਾ ਇਹ ਹੈਗਾ ਸਰਵੇ ਦੇ ਰਿਕਾਰਡਿੰਗ ਹੈਗਾ, ਰਿਗਾਰਡਿੰਗ ਸਰਵੇ। ਸੈਟਲਮੈਂਟ ਜਦੋਂ ਕੀਤੀ ਜਾਂਦੀ ਹੈ ਤਾਂ ਕੁਛ ਜਿਹੜੇ ਰਿਕਾਰਡ ਹੈਗੇ ਆ ਉਹਨਾਂ ਨੂੰ ਅਸੀਂ ਦੇਖਣਾ ਹੁੰਦਾ ਵੀ ਕਿਹੜੇ ਕਿਹੜੇ ਰਿਕਾਰਡ ਸਾਡੇ ਅਪਡੇਟ ਹੈਗੇ, ਕਿਹੜੇ ਕਿਹੜੇ ਰਿਕਾਰਡ ਸਾਡੇ ਅਪਡੇਟ ਨਹੀਂ ਹੈਗੇ। ਠੀਕ ਹੈ। ਸੈਟਲਮੈਂਟ ਆਮ ਤੌਰ ਤੇ ਕੀ ਹੈਗਾ ਆਫਟਰ 100 ਈਅਰ ਦੇ ਆਸ-ਪਾਸ ਜਿਹੜੀ ਹੈਗੀ ਸੈਟਲਮੈਂਟ ਕੀਤੀ ਜਾਂਦੀ ਹੈ। ਸਬਜੈਕਟ ਦਾ ਡਿਸੀਜਨ ਉਹਦਾ ਗਵਰਨਮੈਂਟ 100 ਸਾਲ ਜਦੋਂ ਬੀਤ ਜਾਂਦਾ, ਜਦੋਂ ਤਬਦੀਲੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਰਿਕਾਰਡ ਦੇ ਵਿੱਚ ਤੇ ਮੌਕੇ ਦੇ ਉੱਪਰ ਤਬਦੀਲੀਆਂ ਆ ਜਾਂਦੀਆਂ ਨੇ। ਕੋਈ ਕਿਤੇ ਅਰਬਨਾਈਜੇਸ਼ਨ ਹੋ ਜਾਂਦੀ ਹੈ, ਕਿਤੇ ਬਹੁਤ ਜ਼ਿਆਦਾ ਜਿਹੜੇ ਦਰਿਆ ਵਗੈਰਾ ਹੁੰਦੇ ਆ ਆਪਣਾ ਰਸਤਾ ਕੱਟ ਕੇ ਕਿਲੋਮੀਟਰ ਇੱਧਰ ਉੱਧਰ ਚਲੇ ਜਾਂਦੇ ਨੇ। ਠੀਕ ਹੈ ਜੀ। ਬਹੁਤ ਸਾਰਾ ਜਿਹੜਾ ਰਿਕਾਰਡ ਹੈਗਾ ਪਲੋਟਿੰਗ ਹੋ ਜਾਂਦੀ ਹੈ, ਸ਼ਹਿਰ ਵੱਡੇ ਹੋ ਜਾਂਦੇ ਨੇ, ਕੁਛ ਪਿੰਡ ਜਿਹੜੇ ਹੁੰਦੇ ਨੇ ਸ਼ਹਿਰ ਦੇ ਵਿੱਚ ਮਿਕਸ ਹੋ ਜਾਂਦੇ ਨੇ। ਤਾਂ ਜਿਹੜਾ ਹੈਗਾ ਇਹ ਸੈਟਲਮੈਂਟ ਦਾ ਜਿਹੜਾ ਸਿਸਟਮ ਬਣਿਆ ਹੋਇਆ ਹੈਗਾ ਆਫਟਰ ਲਗਭਗ 100 ਈਅਰ ਦੇ ਕਰੀਬ ਇਹ ਸੈਟਲਮੈਂਟ ਹੁੰਦੀ ਹੈ। ਤੇ ਸੈਟਲਮੈਂਟ ਮੈਨੂਅਲ ਪੈਰਾਗ੍ਰਾਫ 256 ਦੇ ਮੁਤਾਬਕ ਕੀ ਹੈਗਾ, ਜਿਹੜੀ ਅਪੈਂਡਿਕਸ 7 ਹੈਗੀ ਹੈ ਦੱਸੀ ਗਈ ਹੈ ਪ੍ਰੋਸੀਜਰ ਕਨੈਕਟਡ ਵਿਦ ਦਾ ਕੰਪਲੀਟ ਮੇਜਰਮੈਂਟ ਆਫ ਅ ਵਿਲੇਜ। ਜਦੋਂ ਕਿਸੇ ਪਿੰਡ ਦੀ ਦੇਖੋ ਦੋ ਤਰ੍ਹਾਂ ਦੀ ਮੇਜਰਮੈਂਟ ਹੁੰਦੀ ਹੈ। ਕਿਤੇ ਦਾ ਕੰਪਲੀਟ ਮੇਜਰਮੈਂਟ ਕਰਨੀ ਪੈਂਦੀ ਹੈ ਸਾਨੂੰ ਸੈਟਲਮੈਂਟ ਦੇ ਟਾਈਮ ਦੇ ਵਿੱਚ, ਕਿਤੇ ਜਿਹੜੀ ਮੇਜਰਮੈਂਟ ਹੋਈ ਹੁੰਦੀ ਹੈ ਪਹਿਲਾਂ ਤੋਂ ਹੀ। ਠੀਕ ਹੈ। ਉਸੇ ਮੇਜਰਮੈਂਟ ਨੂੰ ਅਸੀਂ ਮਤਲਬ ਕਿ ਉਹਦੇ ਵਿੱਚ ਕੁਝ ਤਬਦੀਲੀਆਂ ਕਰ ਲੈਂਦੇ ਆ, ਜੋ ਚੇਂਜਸ ਹੋਈਆਂ ਹੁੰਦੀਆਂ ਨੇ ਉਹ ਕਰ ਲੈਂਦੇ ਆ, ਕੰਪਲੀਟ ਮੇਜਰਮੈਂਟ ਨਹੀਂ ਕਰਦੇ ਪਿੰਡ ਦੀ। ਠੀਕ ਹੈ। ਪਰ ਜਿਹੜੀ ਇਹ ਅਪੈਂਡਿਕਸ 7 ਹੈਗੀ ਹੈ ਇਹ ਸਾਡੀ ਹੈਗੀ ਹੈ ਕੰਪਲੀਟ ਮੇਜਰਮੈਂਟ। ਜਦੋਂ ਸਾਨੂੰ ਕਿਸੇ ਪਿੰਡ ਦੀ ਪੂਰੀ ਦੇ ਤੌਰ ਤੇ ਦੁਬਾਰਾ ਮਿਣਤੀ ਕਰਨੀ ਪਵੇ ਸੈਟਲਮੈਂਟ ਦੇ ਪਰਪਸ ਦੇ ਲਈ, ਇਹ ਜਿਹੜਾ ਸਾਡੀ ਅਪੈਂਡਿਕਸ 7 ਹੈ ਉਹਦੇ ਨਾਲ ਰੈਲੀਵੈਂਟ ਹੈਗੀ ਹੈ। ਜਦੋਂ ਅਸੀਂ ਮੇਜਰਮੈਂਟ ਕਰਨੀ ਹੈ, ਮੇਨ ਇਟ ਇਜ਼ ਮੇਜਰਮੈਂਟ ਆਫ ਦਾ ਵਿਲੇਜ। ਜਦੋਂ ਮੇਜਰਮੈਂਟ ਕੀਤੀ ਜਾਂਦੀ ਹੈ ਤਾਂ ਮੇਜਰਮੈਂਟ ਦੇ ਨਾਲ ਨਾਲ ਕੀ ਹੁੰਦਾ, ਇੱਕ ਫੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ। ਫੀਲਡ ਬੁੱਕ ਤਿਆਰ ਕਰਨ ਤੋਂ ਪਹਿਲਾਂ ਜਿਹੜਾ ਰੈਵਨਿਊ ਰਿਕਾਰਡ ਹੁੰਦਾ ਹੈ ਉਸ ਨੂੰ ਅਸੀਂ ਅਪਡੇਟ ਕਰਨਾ ਹੁੰਦਾ ਹੈ। ਰੈਵਨਿਊ ਰਿਕਾਰਡ ਸਾਡਾ ਕੀ ਹੁੰਦਾ, ਮੇਨ ਓਨਰਸ਼ਿਪ ਦੇ ਜਿਹੜੇ ਰਾਈਟਸ ਨੇ ਉਹ ਸਾਡੀ ਜਮ੍ਹਾਂਬੰਦੀ ਹੁੰਦੀ ਹੈ। ਠੀਕ ਹੈ। ਜਾਣੀ ਕਿ ਮੇਜਰਮੈਂਟ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਇੱਕ ਖਤੌਨੀ ਪਮੈਸ਼ ਤਿਆਰ ਕਰਨੀ ਪੈਂਦੀ ਹੈ। ਖਤੌਨੀ ਪਮੈਸ਼ ਦੇ ਵਿੱਚ ਕੀ ਹੁੰਦਾ ਹੈ, ਮਾਲਕਾਂ ਦਾ ਨਾਮ ਵਗੈਰਾ ਸਾਰਾ ਕੁਝ ਦਰਜ ਕੀਤਾ ਜਾਂਦਾ ਹੈ, ਨੰਬਰ ਖਸਰਾ ਦਰਜ ਹੁੰਦੇ ਨੇ, ਰਕਬਾ ਦਰਜ ਹੁੰਦਾ ਹੈ। ਖਤੌਨੀ ਪਮੈਸ਼ ਤਿਆਰ ਕਿਵੇਂ ਹੁੰਦੀ ਹੈ? ਖਤੌਨੀ ਪਮੈਸ਼ ਤਿਆਰ ਉਦੋਂ ਹੁੰਦੀ ਹੈ ਜਦੋਂ ਸਾਡੀ ਜਮ੍ਹਾਂਬੰਦੀ ਜਿਹੜੀ ਅਪਡੇਟ ਹੋ ਚੁੱਕੀ ਹੋਵੇ। ਜਿਵੇਂ ਜਮ੍ਹਾਂਬੰਦੀ ਜਿਹੜੀ ਬਣੀ ਹੋਈ ਹੈ, ਜਮ੍ਹਾਂਬੰਦੀ ਤੋਂ ਬਾਅਦ ਕਿੰਨੇ ਇੰਤਕਾਲ ਹੋ ਚੁੱਕੇ। ਮੰਨ ਲਓ ਸਾਡੀ ਜਮ੍ਹਾਂਬੰਦੀ 4 ਸਾਲ ਪਹਿਲਾਂ ਬਣੀ ਸੀ, 4 ਸਾਲ ਤੋਂ ਬਾਅਦ ਜਦੋਂ ਹੁਣ ਅਸੀਂ ਹੁਣ ਸਟਾਰਟ ਕਰਨੀ ਹੈ, ਸੈਟਲਮੈਂਟ ਕਰਨੀ ਹੈ, ਮੇਜਰਮੈਂਟ ਸਟਾਰਟ ਕਰਨੀ ਹੈ। 4 ਸਾਲ ਤੋਂ ਬਾਅਦ ਹੁਣ ਤੱਕ 4 ਸਾਲਾਂ ਦੇ ਵਿੱਚ ਕਿੰਨੇ ਇੰਤਕਾਲ ਹੋ ਚੁੱਕੇ, ਕਿੰਨੀਆਂ ਤਬਦੀਲੀਆਂ ਹੋ ਚੁੱਕੀਆਂ, ਕਿੰਨੀਆਂ ਸੇਲ ਹੋ ਗਈਆਂ, ਕਿੰਨੀਆਂ ਪਰਚੇਜ ਹੋ ਗਈਆਂ, ਕਿੰਨੀ ਕੋਈ ਟੈਨੈਂਸੀ ਦੇ ਐਗਰੀਮੈਂਟ ਹੋਣ ਦੇ ਨਾਲ ਕਿੰਨੀਆਂ ਜ਼ਮੀਨਾਂ ਗਹਿਣੇ ਪੈ ਗਈਆਂ। ਜੋ ਵੀ ਅਮੈਂਡਮੈਂਟਸ ਹੋਈਆਂ 4 ਸਾਲਾਂ ਦੇ ਵਿੱਚ ਉਹਨਾਂ ਨੂੰ ਅਸੀਂ ਰਿਕਾਰਡ ਤੇ ਲੈ ਕੇ ਆਉਣਾ ਹੁੰਦਾ ਹੈ। ਰਿਕਾਰਡ ਤੇ ਲੈ ਕੇ ਆ ਕੇ ਉਹਦੀ ਫਿਰ ਜਿਹੜੀ ਹੈਗੀ ਹੈ ਖਤੌਨੀ ਪਮੈਸ਼ ਤਿਆਰ ਕੀਤੀ ਜਾਂਦੀ ਹੈ। ਖਤੌਨੀ ਪਮੈਸ਼ ਕੀ ਹੁੰਦਾ, ਖਤੌਨੀ ਪਮੈਸ਼ ਦੇ ਵਿੱਚ ਟਿਲ ਦਾ ਡੇਟ ਜਿਹੜਾ ਰਿਕਾਰਡ ਹੈਗਾ ਅਪਡੇਟ ਹੋ ਕੇ ਮਾਲਕਾਂ ਦੇ ਨਾਮ, ਨਵੇਂ ਮਾਲਕਾਂ ਦੇ ਨਾਮ ਵਗੈਰਾ ਦਰਜ ਕੀਤੇ ਜਾਂਦੇ ਨੇ। ਠੀਕ ਹੈ। ਖਤੌਨੀ ਪਮੈਸ਼ ਦੇ ਨਾਲ ਨਾਲ ਕੀ ਹੁੰਦਾ, ਖਤੌਨੀ ਪਮੈਸ਼ ਵੀ ਤਿਆਰ ਕਰਨਾ ਤੇ ਨਾਲ ਅਸੀਂ ਕੀ ਹੈਗਾ ਸੱਜਣਾ ਨਸਬ ਵੀ ਤਿਆਰ ਕਰਦੇ ਹਾਂ ਉਹਨਾਂ ਮਾਲਕਾਂ ਦਾ। ਉਸ ਪਿੰਡ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਸਾਹਮਣੇ ਅਸੀਂ ਬੈਠ ਕੇ ਇਕੱਠ ਕਰਦੇ ਹਾਂ ਪਿੰਡ ਦੇ ਮਾਲਕਾਂ ਦਾ, ਜਮ੍ਹਾਂਬੰਦੀ ਖੋਲ੍ਹਦੇ ਹਾਂ। ਜਮ੍ਹਾਂਬੰਦੀ ਖੋਲ੍ਹ ਕੇ ਜਮ੍ਹਾਂਬੰਦੀ ਨਾਲ ਪੜ੍ਹੀ ਜਾਂਦੀ ਹੈ, ਜਿਹੜੀਆਂ ਚੇਂਜਸ ਹੋਈਆਂ ਹੁੰਦੀਆਂ ਨੇ, ਇੰਤਕਾਲ ਵਗੈਰਾ ਹੋਏ ਹੁੰਦੇ ਨੇ। ਠੀਕ ਹੈ। ਉਹਨਾਂ ਦੀ ਅਪਡੇਸ਼ਨ ਕੀਤੀ ਜਾਂਦੀ ਹੈ ਤੇ ਨਾਲ ਹੀ ਜਿਹੜਾ ਸਾਡਾ ਕੁਰਸੀਨਾਮਾ ਹੁੰਦਾ ਹੈ ਸੱਜਣਾ ਨਸਬ ਮਾਲਕਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਪੈਡੀਗਰੀ ਟੇਬਲ ਵੀ ਕਹਿ ਦਿੰਦੇ ਹਾਂ। ਠੀਕ ਹੈ। ਉਹਨੂੰ ਅਸੀਂ ਨਾਲ ਖੋਲ੍ਹ ਲੈਂਦੇ ਹਾਂ ਆਪਣੇ ਰਿਕਾਰਡ ਦੇ ਨਾਲ। ਇੱਕ ਪਾਸੇ ਆਮ ਇਕੱਠ ਦੇ ਵਿੱਚ ਪਟਵਾਰੀ ਕਾਨੂੰਗੋ ਹਲਕਾ ਮੌਕੇ ਤੇ ਜਮ੍ਹਾਂਬੰਦੀ ਪੜ੍ਹ ਕੇ ਸੁਣਾਉਂਦੇ ਆ ਪਿੰਡ ਦੇ ਲੋਕਾਂ ਨੂੰ।
ਠੀਕ ਹੈ। ਤੇ ਨਾਲ ਹੀ ਜਿਹੜਾ ਉਹਨਾਂ ਦਾ ਕੁਰਸੀਨਾਮਾ ਹੁੰਦਾ ਹੈ, ਉਹ ਕੁਰਸੀਨਾਮੇ ਦੇ ਵਿੱਚ ਵੀ ਅਮੈਂਡਮੈਂਟਸ ਕੀਤੀਆਂ ਜਾਂਦੀਆਂ ਨੇ। ਮੰਨ ਲਓ ਇੱਕ ਮਾਲਕ ਮਰ ਗਿਆ, ਉਹਦੇ ਅੱਗੇ ਵਾਰਸ ਅੱਗੇ ਵਿਰਾਸਤ ਦਾ ਇੰਤਕਾਲ ਹੋ ਗਿਆ, ਉਹਦੇ ਵਾਰਸਾਂ ਦੇ ਨਾਮ ਦਰਜ ਕੀਤੇ ਜਾਂਦੇ ਨੇ। ਠੀਕ ਹੈ। ਇਸ ਤਰੀਕੇ ਨਾਲ ਹੀ ਨਾਲ ਜਿਹੜਾ ਹੈਗਾ owners in the village will put the last jamaabandi before him and draw that up a genealogical tree of the owners if there is one in the previous records। ਜੇ ਸਾਡੇ ਕੋਲੇ ਪਹਿਲਾਂ ਕੋਈ ਕੁਰਸੀਨਾਮਾ ਹੈਗਾ ਪੁਰਾਣਾ, ਠੀਕ ਹੈ, ਤਾਂ ਉਸ ਕੁਰਸੀਨਾਮੇ ਦੇ ਵਿੱਚ ਅਸੀਂ ਨਾਲ ਨਾਲ ਸੋਧ ਕਰਦੇ ਰਹਿੰਦੇ ਹਾਂ। ਹੋਲਡਿੰਗ ਬਾਈ ਹੋਲਡਿੰਗ, ਹਰ ਇੱਕ ਖੇਵਟ ਦੇ ਮਾਲਕਾਂ ਦਾ ਨਾਮ ਬੋਲਾਂਗੇ ਤੇ ਉਸ ਖੇਵਟ ਦੇ ਵਿੱਚ ਕਿਹੜੇ ਕਿਹੜੇ ਮਾਲਕਾਂ ਦੀ ਕੋਈ ਚੇਂਜਸ ਆਈ ਹੈ, ਕੋਈ ਕਿਸੇ ਮਾਲਕ ਨੇ ਆਪਦਾ ਰਕਬਾ ਵੇਚਿਆ, ਕਿਸੇ ਨੇ ਗਹਿਣੇ ਕੀਤਾ, ਕਿਸੇ ਦੀ ਡੈਥ ਹੋਈ ਹੈਗੀ ਹੈ, ਉਹਦੀ ਥਾਂ ਤੇ ਨਵੇਂ ਮਾਲਕ ਆਏ ਨੇ। ਇਸ ਤਰ੍ਹਾਂ ਹੀ ਜਮਾਬੰਦੀ ਦੇ ਖਾਨਾ ਕੈਫੇ 'ਚ ਨੋਟ ਦਿੰਦੇ ਰਹਾਂਗੇ ਤੇ ਨਾਲ ਹੀ ਜਿਹੜਾ ਕੁਰਸੀਨਾਮਾ ਹੈਗਾ, ਕੁਰਸੀਨਾਮੇ ਦੇ ਨਾਮੇ ਦੇ ਵਿੱਚ ਜਿਹੜੇ ਨਵੇਂ ਮਾਲਕ ਕ੍ਰੀਏਟ ਹੋਏ ਨੇ ਉਹਨਾਂ ਦੇ ਨਾਮ ਦਰਜ ਕਰਦੇ ਰਹਿੰਦੇ ਆ। ਕੋਈ ਪਾਰਟੀਸ਼ਨ ਹੋਈ ਹੈ, ਕੋਈ ਤਬਦੀਲੀ ਹੋਈ ਹੈ, ਕੋਈ ਖੇਵਟਾਂ ਇੱਕ ਖੇਵਟ ਦੀਆਂ 3 ਖੇਵਟਾਂ ਬਣ ਗਈਆਂ। ਠੀਕ ਹੈ ਜੀ। ਸਰ ਕਿਹੜੀ ਕਿਤਾਬ ਪੜ੍ਹ ਰਹੇ ਹੋ ਜੀ? ਆਪਾਂ ਪੜ੍ਹ ਰਹੇ ਹਾਂ ਸੈਟਲਮੈਂਟ ਮੈਨੂਅਲ। ਕਿਹੜਾ ਚੈਪਟਰ ਜੀ? ਚੈਪਟਰ ਨਹੀਂ ਹੈਗਾ, ਇਹਦੇ ਪਿੱਛੇ ਲੱਗੀਆਂ ਹੁੰਦੀਆਂ ਨੇ ਅਪੈਂਡਿਕਸਸ, ਜਿਹਨੂੰ ਅੰਤਕਾ ਕਹਿੰਦੇ ਆ, ਅੰਤਕਾ 7। ਠੀਕ ਹੈ ਸਰ। ਅੰਤਕਾ 7 ਆਪਣੇ ਸਿਲੇਬਸ ਦੇ ਵਿੱਚ ਹੈਗੀ ਹੈ, ਅੰਤਕਾ 7, 8, 9 and 21। ਠੀਕ ਹੈ। ਮਤਲਬ ਕਿ ਸੈਟਲਮੈਂਟ ਕਰਨ ਵੇਲੇ ਸੈਟਲਮੈਂਟ ਕਰਨ ਤੋਂ ਪਹਿਲਾਂ ਕਾਂਡ ਪੰਜਾਬੀ ਚ ਸਰ, ਪੰਜਾਬੀ ਚ ਕਾਂਡ ਹੁੰਦਾ, ਉਹ ਵੀ ਅੰਤਕਾ ਕਾਂਡ। ਹਾਂ, ਕਾਂਡ ਵੀ ਕਹਿ ਸਕਦੇ ਹੋ ਅੰਤਕਾ ਨੂੰ। ਠੀਕ ਹੈ। 7, 8, 9 ਜਿਹੜੀ ਖਤੌਨੀ ਪਮੈਸ਼ ਬਣਾਈ ਜਾਂਦੀ ਹੈ ਮੈਜ਼ਰਮੈਂਟ ਕਰਨ ਤੋਂ ਪਹਿਲਾਂ, ਉਹਦਾ ਇੱਕ ਪਰਫਾਰਮਾ ਬਣਾ ਕੇ ਦਿਖਾਇਆ ਗਿਆ। ਇਹ ਖਤੌਨੀ ਔਰ ਹੋਲਡਿੰਗ ਸਲਿੱਪ ਬਣਦੀ ਹੈ। ਠੀਕ ਹੈ। ਇਹ ਖਤੌਨੀ ਇਹਦੇ ਵਿੱਚ ਕੀ ਹੁੰਦਾ ਹੈ, ਪਿੰਡ ਤਹਿਸੀਲ ਦਾ ਨਾਮ ਲਿਖਿਆ ਜਾਂਦਾ, ਪਿੰਡ ਦਾ ਨਾਮ ਲਿਖਿਆ ਜਾਂਦਾ, ਪੱਤੀ ਕਿਹੜੀ ਹੈ, ਕੌਣ ਮਾਲਕ ਹੈ, ਕੌਣ ਕਾਸ਼ਤਕਾਰ ਹੈ ਜ਼ਮੀਨ ਦਾ। ਠੀਕ ਹੈ ਜੀ। ਖਤੌਨੀ ਦਾ ਨੰਬਰ ਕਿੰਨਾ ਹੈਗਾ, ਤੇ ਫਿਰ ਨਾਲ ਹੀ ਕੀ ਲਿਖਿਆ ਜਾਂਦਾ ਇਹਦੇ ਵਿੱਚ, ਨੰਬਰ ਐਂਡ ਨੇਮ ਆਫ ਦਾ ਫੀਲਡ, ਫਾਰਮਰ ਨੰਬਰ ਖਸਰਾ, ਨਵਾਂ ਨੰਬਰ ਖਸਰਾ ਜਿਹੜਾ ਪੈਣਾ ਹੈ ਜੀ ਬਾਅਦ ਦੇ ਵਿੱਚ ਪਏਗਾ। ਨਵਾਂ ਨੰਬਰ ਖਸਰੇ ਦਾ ਕਾਲਮ ਖਾਲੀ ਛੱਡਿਆ ਜਾਂਦਾ ਹੈ ਤੇ ਇਰੀਗੇਸ਼ਨ ਦਾ ਸੋਰਸਸ ਕੀ ਹੈਗਾ 2 ਨੰਬਰ ਕਾਲਮ ਦੇ ਵਿੱਚ, 3 ਨੰਬਰ ਕਾਲਮ 'ਚ ਰਕਬਾ ਲਿਖਿਆ ਜਾਂਦਾ ਤੇ ਨਾਲ ਹੀ ਉਹਦੀ ਲਿਖਿਆ ਜਾਂਦਾ ਕਿਸਮ ਲਿਖੀ ਜਾਂਦਾ ਜ਼ਮੀਨ ਦੀ, ਤੇ 4 ਨੰਬਰ 'ਚ ਰੈਂਟ ਲਿਖਿਆ ਜਾਂਦਾ ਹੈ। ਜੇ ਕੋਈ ਹੋਰ ਜ਼ਮੀਨ ਨੂੰ ਬੰਦ ਹੈ ਤਾਂ ਉਹ ਕਿੰਨਾ ਕਿਰਾਇਆ ਵਗੈਰਾ ਦਿੰਦਾ ਹੈ, ਤੇ ਅਗਲਾ ਕਾਲਮ 5 ਮਾਰਕਸ ਦਾ ਹੁੰਦਾ ਹੈ। ਯਾਨੀ ਕਿ ਜਿਹੜੀ ਇੱਕ ਖਤੌਨੀ ਪਮੈਸ਼ ਬਣਾਈ ਜਾਂਦੀ ਹੈ, ਜਿਹਨੂੰ ਖਤੌਨੀ ਔਰ ਹੋਲਡਿੰਗ ਸਲਿੱਪ ਕਹਿ ਦਿੰਦੇ ਆ, ਪਿੰਡ ਦੇ ਮਾਲਕਾਂ ਦੀ ਜਿਹੜੀ ਸੂਚੀ ਬਣਦੀ ਹੈ, ਮਤਲਬ ਕਿ ਮੇਜਰਮੈਂਟ ਕਰਨ ਤੋਂ ਪਹਿਲਾਂ ਤਿਆਰ ਕੀਤੀ ਜਾਂਦੀ ਹੈ ਇਹ। ਠੀਕ ਹੈ। ਇਹਦੇ 'ਚ ਸਾਰਾ ਰਿਕਾਰਡ ਜਿਹੜਾ ਅਪਡੇਟ ਹੋ ਜਾਂਦਾ ਹੈ। ਤੇ ਇਹ ਤਿਆਰ ਕਿਵੇਂ ਹੁੰਦੀ ਹੈ, ਜਿਵੇਂ ਆਪਣਾ ਰੋਜ਼ਨਾਮਚਾ ਹੁੰਦਾ ਹੈ, ਰੋਜ਼ਨਾਮਚੇ ਦੀ ਸ਼ੇਪ 'ਚ ਬਣਦੀ ਹੈ, ਰੋਜ਼ਨਾਮਚੇ ਦੀ ਤਰ੍ਹਾਂ ਹੀ ਇਹ ਖੁੱਲਦੀ ਹੈ। ਠੀਕ ਹੈ। ਇਹਦੀ ਜਿਹੜੀ ਮਤਲਬ ਕਿ ਪੇਪਰ ਦਾ ਜਿਹੜਾ ਸਾਈਜ਼ ਹੁੰਦਾ ਹੈਗਾ ਉਹ 10 ਇੰਚ ਲੰਬਾ ਹੁੰਦਾ, 6.5 ਇੰਚ ਚੌੜਾ ਹੁੰਦਾ। ਇਹਦੇ ਇੱਕ ਸਾਈਡ ਤੇ ਹੀ ਅਸੀਂ ਐਂਟਰੀਜ਼ ਕਰਦੇ ਹਾਂ, ਬੈਕ ਤੇ ਐਂਟਰੀਆਂ ਨਹੀਂ ਕਰਦੇ ਹੈਗੇ। ਬੈਕ ਤੇ ਐਂਟਰੀ ਤਦ ਕੀਤੀ ਜਾਂਦੀ ਹੈ ਜਿੱਥੇ ਕਿਤੇ ਮਾਲਕਾਂ ਦੇ ਜਿਹੜੇ ਨਾਮਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ, ਤਾਂ ਫਿਰ ਕੁਝ ਮਾਲਕਾਂ ਦਾ ਨਾਮ ਦਰਜ ਕਰਕੇ ਜਿਹੜੀ ਤਾਂ ਬਾਕੀ ਜਿਹੜੇ ਮਾਲਕਾਂ ਦਾ ਨਾਮ ਹੈਗੇ ਬੈਕ ਤੇ ਲਿਖ ਦਿੱਤੇ ਜਾਂਦੇ ਨੇ। ਪੁਰਾਣੀਆਂ ਗੱਲਾਂ ਨੇ, ਲੈਦਰ ਦੀ ਇਹਦੇ ਉੱਪਰ ਜਿਲਦ ਹੋਣੀ ਚਾਹੀਦੀ ਹੈ, ਲੈਦਰ ਦੀ ਜਿਲਦ ਹੋਣੀ ਚਾਹੀਦੀ ਹੈ, ਅਲਫਾਬੈਟਿਕਲੀ ਚੱਲੇਗੀ। ਖਤੌਨੀ ਨੰਬਰ ਵਿਲ ਬੀ ਐਂਟਰਡ ਇਨ ਇੰਕ, ਜਿਹੜੇ ਖਤੌਨੀ ਨੰਬਰ ਨੇ। ਨੇਮਸ ਆਫ ਦਾ ਸ਼ੇਅਰ, ਮਾਲਕਾਂ ਦੇ ਨਾਮ ਜਿਵੇਂ ਆਪਣੇ ਜਮਾਬੰਦੀ ਦਰਜ ਕੀਤੇ ਜਾਂਦੇ ਨੇ, ਇੱਦਾਂ ਮਾਲਕਾਂ ਦੇ ਜਿਹੜੇ ਨਾਮ ਲਿਖ ਕੇ ਉਹਦਾ ਜਿਹੜਾ ਸ਼ੇਅਰ ਵਗੈਰਾ ਹੈਗਾ, ਹਿੱਸਾ ਵਗੈਰਾ ਹੈਗਾ, ਕਿਸ ਦਾ ਕਿੰਨਾ ਕਿੰਨਾ ਹਿੱਸਾ ਹੈਗਾ, ਇਹ ਖਤੌਨੀ ਪਮੈਸ਼ ਦੇ ਵਿੱਚ ਵੀ ਦਰਜ ਕੀਤਾ ਜਾਂਦਾ ਹੈ। ਜੇ ਮਾਲਕਾਂ ਦੇ ਨਾਮ ਜ਼ਿਆਦਾ ਹੋਣ ਤਾਂ ਫਿਰ ਬੈਕ ਤੇ ਨਾਮ ਦਰਜ ਕਰ ਦਿੱਤੇ ਜਾਂਦੇ ਨੇ, ਥੋੜੇ ਜਿਹੇ ਨਾਮ ਮੂਹਰੇ ਲਿਖ ਕੇ, ਜਿੱਥੇ ਕਾਲਮ ਬਣਿਆ ਹੋਇਆ ਹੁੰਦਾ ਉਸ ਕਾਲਮ 'ਚ ਨਾਮ ਲਿਖ ਕੇ ਬਾਕੀ ਨਾਮ ਜਿਹੜੇ ਹੈਗੇ ਆ ਪਿੱਛੇ ਦਰਜ ਕਰ ਦਿੱਤੇ ਜਾਂਦੇ ਨੇ। ਫਿਰ ਕੀ ਹੈ, ਇਹ ਜਿਹੜੀ ਖਤੌਨੀ ਪਮੈਸ਼ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਸਾਰੇ ਪਿੰਡ ਦੇ ਮਾਲਕਾਂ ਦੇ ਨਾਮ ਦਰਜ ਹੋ ਜਾਂਦੇ ਨੇ, ਸਾਰੇ ਮਾਲਕ, ਸਾਰੇ ਖਸਰਾ ਨੰਬਰ। ਠੀਕ ਹੈ। ਟੋਟਲ ਇਸ ਦੇ ਵਿੱਚ ਜਿਵੇਂ ਕਿ ਜਮਾਬੰਦੀ ਦੀ ਅਪਡੇਸ਼ਨ ਆ ਜਾਂਦੀ ਹੈ, ਇਹ ਕੰਪਲੀਟ ਰਿਕਾਰਡ ਆ ਜਾਂਦਾ ਜਮਾਬੰਦੀ ਦੀ ਤਰ੍ਹਾਂ। ਇਹਦੇ ਉੱਪਰਲੇ ਪਾਸੇ ਫਿਰ ਇੱਕ ਇੰਡੈਕਸ ਬਣ ਜਾਂਦਾ ਹੈ, ਇੰਡੈਕਸ ਬਣ ਜਾਂਦਾ ਹੈ। ਅਲਫਾਬੈਟਿਕਲੀ ਪਿੰਡ ਦੇ ਮਾਲਕਾਂ ਦੇ ਨਾਮਾਂ ਦੀ ਸੂਚੀ ਬਣ ਜਾਂਦੀ ਹੈ ਤੇ ਅਲਫਾਬੈਟਿਕਲੀ ਨਾਮ ਦਰਜ ਕੀਤੇ ਜਾਂਦੇ ਨੇ, ਜਿਵੇਂ ਆਪਣੀ ਜਮਾਬੰਦੀ ਦੇ ਵਿੱਚ ਪਹਿਲਾਂ ਇੰਡੈਕਸ ਬਣਿਆ ਕਰਦਾ। ਜਾਂ ਇਹ ਕਹਿ ਲਈਏ ਵੀ ਮਰਬਾਬੰਦੀ ਦੀ ਜਿਹੜੀ ਮਿਸਲਕੀਤ ਸੀਗੀ, ਮਿਸਲਕੀਤ ਦੇ ਮੂਹਰੇ ਇੰਡੈਕਸ ਲੱਗਦਾ ਸੀ, ਹੁਣ ਤਾਂ ਆਪਾਂ ਨਹੀਂ ਲੱਗਦੇ ਹੈਗੇ ਇਹ ਇੰਡੈਕਸ। ਮਿਸਲਕੀਤ ਦੇ ਮੂਹਰੇ ਜਿਵੇਂ ਇੰਡੈਕਸ ਲੱਗਦਾ ਸੀ, ਅਲਫਾਬੈਟਿਕਲੀ ਲੈਟਰਸ ਦੇ ਪਾਏ ਜਾਂਦੇ ਨੇ, ਜਿਹੜੇ ਨਾਮ A ਤੋਂ ਸ਼ੁਰੂ ਹੁੰਦੇ ਨੇ, ਫਿਰ B ਤੋਂ ਸ਼ੁਰੂ ਹੁੰਦੇ ਨੇ, ਉਹਦਾ ਨਾਮ ਖਤੌਨੀ ਨੰਬਰ। ਸਰ ਕੰਪਿਊਟਰ ਵਾਲੀ ਜਮਾਬੰਦੀ ਚ ਹੁਣ ਵੀ ਲੱਗਣ ਲੱਗ ਗਿਆ ਜੀ। ਹਾਂ, ਲੱਗਣ ਲੱਗ ਗਿਆ। ਹੁਣ ਆਪਣਾ ਕੁਰਸੀਨਾਮਾ ਤਾਂ ਬਣਾਉਣੋਂ ਹਟ ਗਏ ਤੇ ਹੁਣ ਉਹਦੀ ਜਗ੍ਹਾ ਤੇ ਬਣਾਉਣੋਂ ਹਟ ਗਏ ਜੀ, ਪਰ ਅਲਫਾਬੈਟਿਕਲੀ ਨਾਮ ਦੀ ਲਿਸਟ ਜ਼ਰੂਰ ਨਾਮਾਂ ਦੀ ਲਿਸਟ ਲੱਗਦੀ ਹੈਗੀ ਹੈ, ਉਹਦੇ ਨਾਲ ਹੀ ਖਤੌਨੀ ਨੰਬਰ ਪੈਂਦਾ ਹੈ। ਠੀਕ ਹੈ।
ਮਤਲਬ ਕਿ ਫਿਰ ਅੱਗੇ ਪਹਿਲਾਂ ਮਾਲਕਾਂ ਦੇ ਨਾਮ ਦੀ ਗੱਲ ਆ ਜਾਂਦੀ ਹੈ, ਫਿਰ ਜੇ ਕੋਈ ਕਿਰਾਏਦਾਰ ਵਗੈਰਾ ਹੁੰਦੇ ਨੇ ਉਹਨਾਂ ਦੀ ਲਿਸਟ ਬਣੀ ਹੁੰਦੀ ਹੈ। ਠੀਕ ਹੈ, ਇਹ ਲਿਸਟ ਲੱਗ ਜਾਂਦੀ ਹੈ ਖਤੌਨੀ ਪੈਮਾਇਸ਼ ਦੇ ਅਗਲੇ ਪਾਸੇ, ਤਾਂ ਕਿ ਕਿਸੇ ਮਾਲਕ ਦਾ ਨਾਮ ਦੇਖਣਾ ਹੋਵੇ ਕਿਹੜੀ ਖਤੌਨੀ ਉਹਦੀ ਹੈਗੀ ਹੈ, ਤਾਂ ਇੰਡੈਕਸ ਦੇਖ ਕੇ ਹੀ ਤੁਸੀਂ ਉਹਦੀ ਖਤੌਨੀ ਦੇ ਜਿਹੜਾ ਅਕਾਊਂਟ ਬਣਿਆ ਹੁੰਦਾ ਉਹਦਾ ਖਤੌਨੀ ਪੈਮਾਇਸ਼ ਦਾ, ਉਹਦੇ ਤੇ ਅਸੀਂ ਪਹੁੰਚ ਸਕਦੇ ਹੋਈਏ। ਟੋਟਲ ਪਿੰਡ ਦੇ ਕਿੰਨੀਆਂ ਖਤੌਨੀਆਂ ਬਣ ਜਾਂਦੀਆਂ ਨੇ, ਕਿੰਨੇ ਕੁੱਲ ਗੱਤੇ ਹੈਗੇ ਜ਼ਮੀਨ ਦੇ ਆਪਣੇ ਇਸ ਜਿਹੜੀ ਬਣਾਈ ਹੈ ਖਤੌਨੀ ਪੈਮਾਇਸ਼, ਤੇ ਕਿੰਨਾ ਟੋਟਲ ਰਕਬਾ ਹੈਗਾ, ਇਹ ਸਾਰਾ ਕੁਝ ਜਿਹੜਾ ਹੈਗਾ ਲਾਸਟ ਦੇ ਵਿੱਚ ਆ ਕੇ ਡਿਟੇਲ ਬਣ ਜਾਂਦੀ ਹੈ। ਫਿਰ ਜਿਹੜੀ ਖਤੌਨੀ ਪੈਮਾਇਸ਼ ਬਣਦੀ ਹੈ, ਠੀਕ ਹੈ, ਇਹਦੇ ਤੇ ਆਪਰੇਸ਼ਨ ਰਿਕਾਰਡ ਹੋ ਗਿਆ ਪੂਰਾ, ਕੋਈ ਕਿਹੜਾ ਕੋਈ ਮਾਲਕ ਕਿੰਨੀ ਜ਼ਮੀਨ ਦਾ ਮਾਲਕ ਹੈ, ਕਿਹੜੇ ਕਿਹੜੇ ਖਸਰਾ ਨੰਬਰ ਉਹਦੇ ਹੈਗੇ ਨੇ। ਠੀਕ ਹੈ, ਐਜ਼ ਪਰ ਦਾ ਪ੍ਰੈਜ਼ੈਂਟ ਰਿਕਾਰਡ ਦੀ ਗੱਲ ਕਰਦੇ ਹਾਂ, ਜੋ ਰਿਕਾਰਡ ਸਾਡੇ ਕੋਲ ਹੈਗਾ, ਉਹਦੀ ਇੱਕ ਸਲਿੱਪ ਜਿਹੜੀ ਹੈਗੀ ਹੈ ਪਰਚਾ ਟੂ ਬੀ ਗਿਵਨ ਟੂ ਦਾ ਜ਼ਿਮੀਂਦਾਰ ਨੂੰ ਦਿੱਤੀ ਜਾਂਦੀ ਹੈ, ਉਹਦੀ ਇੱਕ ਕਾਪੀ। ਠੀਕ ਹੈ ਜੀ, ਅਟੈਂਡੈਂਸ ਆਫ ਦਾ ਓਨਰਸ ਐਂਡ ਕਲਟੀਵੇਟਰਸ। ਜਦੋਂ ਹੁਣ ਕੀ ਹੈਗਾ, ਇੱਕ ਖਤੌਨੀ ਪੈਮਾਇਸ਼ ਤੁਹਾਡੇ ਕੋਲ ਤਿਆਰ ਹੋ ਗਈ, ਨਾਮਾਂ ਦੀ ਸੂਚੀ ਬਣ ਗਈ, ਰਿਕਾਰਡ ਅਪਡੇਟ ਹੋ ਗਿਆ, ਫਿਰ ਉਸ ਤੋਂ ਬਾਅਦ ਕੀ ਹੈਗਾ, ਪਟਵਾਰੀ ਹਲਕਾ ਨੇ ਜਾ ਕੇ ਜਿਹੜੀ ਹੈਗੀ ਹੈ ਮੇਜਰਮੈਂਟ ਕਰਨੀ ਹੈ ਪਿੰਡ ਦੇ ਵਿੱਚ, ਖੇਤਾਂ ਦੀ ਮੇਜਰਮੈਂਟ ਕਰਨੀ ਹੈ, ਅਟੈਂਡੈਂਸ ਆਫ ਦਾ ਓਨਰਸ ਐਂਡ ਕਲਟੀਵੇਟਰਸ। ਜਦੋਂ ਮੇਜਰਮੈਂਟ ਕਰਨੀ ਹੈ ਤਾਂ ਜਿਹੜੇ ਪਿੰਡ ਦੇ ਮਾਲਕ ਹੈਗੇ ਨੇ, ਕਾਸ਼ਤਕਾਰ ਹੈਗੇ ਨੇ, ਉਹਨਾਂ ਦੀ ਜਿਹੜੀ ਹਾਜ਼ਰੀ ਹੁੰਦੀ ਹੈ ਉਹ ਯਕੀਨੀ ਬਣਾਈ ਜਾਂਦੀ ਹੈ। ਦ ਸਰਜਨਸ ਐਂਡ ਦ ਖਤੌਨੀਜ਼ ਹੈਵਿੰਗ ਬੀਨ ਕੰਪਲੀਟਡ ਐਂਡ ਦ ਪਰਚਾਸ ਹੈਵਿੰਗ ਬੀਨ ਡਿਸਟਰੀਬਿਊਟਡ। ਸਰਜਨਸ ਤਿਆਰ ਹੋ ਗਿਆ, ਖਤੌਨੀ ਤਿਆਰ ਹੋ ਗਈ, ਠੀਕ ਹੈ, ਪਰਚਾ ਡਿਸਟਰੀਬਿਊਟ ਹੋ ਗਏ ਪਿੰਡ ਦੇ ਮਾਲਕਾਂ ਨੂੰ ਟੂ ਦ ਜ਼ਿਮੀਂਦਾਰਸ। ਦ ਪਟਵਾਰੀ ਵਿਲ ਕਮੈਂਸ ਮੇਜਰਮੈਂਟ ਆਫ ਦਾ ਵਰਕ। ਤਾਂ ਫਿਰ ਕੀ ਹੁੰਦਾ, ਜਿਹੜੀ ਮਿਣਤੀ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੁੰਦਾ ਹੈ। ਮਿਣਤੀ ਦਾ ਕੰਮ ਸਟਾਰਟ ਹੋਣ ਤੋਂ ਪਹਿਲਾਂ ਇੱਕ ਦਿਨ ਸ਼ਾਮ ਨੂੰ ਮਤਲਬ ਕਿ ਪਿੰਡ ਵਿੱਚ ਮਨਾਦੀ ਕਰਾਈ ਜਾਂਦੀ ਹੈ ਵੀ ਫਲਾਣੇ ਕੱਲ ਨੂੰ ਇਹ ਪਿੰਡ ਦਾ ਜਿਹੜਾ ਪਰਟੀਕੂਲਰ ਏਰੀਆ ਕਿਹੜਾ ਹੈਗਾ, ਨਾਰਥ ਸਾਈਡ ਹੈ ਜਾਂ ਜਿੱਥੋਂ ਸਟਾਰਟ ਕਰਨੀ ਹੈ ਮੇਜਰਮੈਂਟ। ਆਮ ਤੌਰ ਤੇ ਜਿਹੜੀ ਮੇਜਰਮੈਂਟ ਹੁੰਦੀ ਹੈ ਇਹ ਨਾਰਥ ਤੋਂ ਸਟਾਰਟ ਕੀਤੀ ਜਾਂਦੀ ਹੈ, ਨਾਰਥ ਤੋਂ ਵੈਸਟ ਤੋਂ ਲੈ ਕੇ ਈਸਟ ਵੱਲ ਨੂੰ। ਠੀਕ ਹੈ ਜੀ, the evening he will inform the village headman what fields will be measured on the day following। ਵੀ ਕੱਲ ਨੂੰ ਕਿਹੜੇ ਪਿੰਡ ਕਿਹੜੇ ਜਿਹੜੇ ਖੇਤ ਨੇ ਮਿਲ ਕੇ ਕਿਹੜਾ ਮਾਲਕਾਂ ਦੇ ਜਿਹੜੇ ਖੇਤਾਂ ਦੀ ਮਿਣਤੀ ਕੀਤੀ ਜਾਣੀ ਹੈ, ਪਿੰਡ ਦੇ ਨੰਬਰਦਾਰ ਨੂੰ, ਚੌਕੀਦਾਰ ਨੂੰ ਇਹ ਦੱਸਿਆ ਜਾਏਗਾ ਤਾਂ ਕਿ ਪਿੰਡ 'ਚ ਮਨਾਦੀ ਕਰਾ ਦਿੱਤੀ ਜਾਵੇ। ਐਂਡ the village's headman will at once inform the owners and cultivators concerned and direct them to attend the ਪਟਵਾਰੀ the following morning। ਵੀ ਤਾਂ ਕਿ ਉਹ ਜਿਹੜੇ ਹੈਗੇ ਨੇ ਪਟਵਾਰੀ ਹਲਕਾ ਦੇ ਨਾਲ ਮੌਕੇ ਤੇ ਜਾ ਕੇ ਆਪਦੇ ਖੇਤਾਂ ਦੀ ਮਿਣਤੀ ਕਰਵਾ ਲੈਣ। ਫਿਰ ਕੀ ਚੇਨਮੈਨ ਹੈ, ਦਾ ਹੈਡਮੈਨ ਆਫ ਦਾ ਵਿਲੇਜ ਸਪਲਾਈ ਦਾ ਦੋ ਬੰਦੇ ਵੀ ਦਿੰਦੇ ਆ ਮਿਣਤੀ ਕਰਨ ਵਾਸਤੇ। ਪੇਪਰਸ ਵਿਚ ਪਟਵਾਰੀ ਵਿਲ ਹੈਵ ਵਿਦ ਹਿਮ। ਇਹ ਕਿਹਾ ਗਿਆ ਵੀ ਜਦੋਂ ਪਟਵਾਰੀ ਨੇ ਮਿਣਤੀ ਕਰਨ ਲਈ ਇੱਕ ਪਿੰਡ 'ਚ ਜਾਣਾ ਹੈ, ਕਿਸੇ ਖੇਤ ਵਿੱਚ ਜਾਣਾ ਹੈ, ਸਵੇਰੇ ਸਟਾਰਟ ਕਰਨੀ ਹੈ ਮਿਣਤੀ, ਤਾਂ ਕਿਹੜੇ ਰਿਕਾਰਡ ਉਹ ਆਪਦੇ ਨਾਲ ਲੈ ਕੇ ਜਾਏਗਾ। ਇਹ ਕੁਐਸਚਨ ਆਮ ਤੌਰ ਤੇ ਪੇਪਰ ਦੇ ਵਿੱਚ ਆਉਂਦਾ ਰਹਿੰਦਾ ਹੈ। ਪੇਪਰਸ ਵਿਚ ਪਟਵਾਰੀ ਵਿਲ ਹੈਵ ਵਿਦ ਹਿਮ, ਦੇਖੋ ਕਿਹੜੇ ਪੇਪਰ ਨਾਲ ਲੈ ਕੇ ਜਾਏਗਾ। ਇੱਕ ਤਾਂ ਖਤੌਨੀ ਪੈਮਾਇਸ਼ ਲੈ ਕੇ ਜਾਏਗਾ ਨਾਲ, ਜਿਹੜਾ ਲੱਠਾ ਉਹਦੇ ਕੋਲ ਹੈਗਾ ਸੀ ਪੁਰਾਣਾ ਲੱਠਾ ਨਾਲ ਲੈ ਕੇ ਜਾਏਗਾ ਹੈਲਪ ਦੇ ਲਈ, ਜਮਾਉਂਦੀ ਨਾਲ ਲੈ ਕੇ ਜਾਏਗਾ। ਠੀਕ ਹੈ ਜੀ, ਤੇ ਕੁਰਸੀਨਾਮਾ ਜਿਹੜਾ ਬਣਾਇਆ ਹੋਇਆ ਉਹ ਲੈ ਕੇ ਜਾਏਗਾ, ਤੇ ਜਿਹੜੇ ਇੰਤਕਾਲ ਉਹਦੇ ਨਾਲ ਬੇਸਡ ਹੈਗੇ ਨੇ ਉਹ ਵੀ ਨਾਲ ਲੈ ਕੇ ਜਾਏਗਾ, ਤਾਂ ਕਿ ਮਿਣਤੀ ਕਰਦੇ ਕੋਈ ਵਿਅਕਤੀ ਕਹਿ ਸਕਦਾ ਮੈਂ ਜ਼ਮੀਨ ਖਰੀਦੀ ਹੈ, ਤੁਹਾਡੇ ਕੋਲ ਕਿਤੇ ਰਿਕਾਰਡ 'ਚ ਐਂਟਰੀ ਨਹੀਂ ਹੋ ਪਾਈ ਪਰ ਚਾਂਸ, ਇਸ ਕਰਕੇ ਤੁਸੀਂ ਇੰਤਕਾਲਾਂ ਵਿੱਚ ਚੈੱਕ ਕਰ ਸਕਦੇ ਹੋ। ਇਹ ਰਿਕਾਰਡ ਨੇ ਜਿਹੜੇ ਪਟਵਾਰੀ ਹਲਕਾ ਉਹਦੇ ਨਾਲ ਲੈ ਕੇ ਜਾਣਗੇ। ਫਾਰਮਲ ਸਜਰਾ ਇਸ ਕਾਪੀ ਆਫ ਦਾ ਲਾਸਟ ਡਿਟੇਲ ਜਮਾਬੰਦੀ। ਠੀਕ ਹੈ ਜੀ, ਤੇ ਜਨਰਲ ਸਬ ਮਾਲਕਾਂ ਤੇ ਮੋਟੇਸ਼ਨ ਰਜਿਸਟਰ, ਇਹ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਟਵਾਰੀ ਨੇ ਜਦੋਂ ਮੇਜਰਮੈਂਟ ਦੇ ਲਈ ਜਾਣਾ ਹੈ ਤਾਂ ਆਪਣੇ ਨਾਲ ਲੈ ਕੇ ਜਾਣਗੇ ਖੇਤਾਂ ਦੇ ਵਿੱਚ। ਪ੍ਰੋਸੀਜਰ ਐਟ ਈਚ ਫੀਲਡ ਇਜ਼ ਮੇਜਰਡ। ਕੀ ਪ੍ਰੋਸੀਜਰ ਹੈਗਾ ਖੇਤ ਨੂੰ ਮਿਲਣ ਦਾ, ਹਰ ਇੱਕ ਖੇਤ ਦੀ ਮਿਣਤੀ ਕੀਤੀ ਜਾਏਗੀ। ਐਟ ਈਚ ਫੀਲਡ ਇਜ਼ ਮੇਜਰਡ ਹੀ ਵਿਲ delineate it in the pencil on the ਸਜਰਾ। ਜਿਹੜੇ ਖੇਤ ਮਿਣਤੀ ਕੀਤੇ ਜਾ ਰਹੇ ਨੇ ਉਹਨਾਂ ਦਾ ਨਾਲ ਮਾਰਕਿੰਗ ਕੀਤੀ ਜਾਏਗੀ। ਵਰਕ ਆਊਟ ਦਾ ਏਰੀਆ, ਇਨਫੋਰਮ ਦਾ ਓਨਰਸ ਐਂਡ ਕਲਟੀਵੇਟਰਸ। ਮਿਣਤੀ ਕਰਕੇ ਮੌਕੇ ਦੇ ਏਰੀਆ ਵਰਕਆਊਟ ਕੀਤਾ ਗਿਆ, ਠੀਕ ਹੈ, ਤੇ ਕਲਟੀਵੇਟਰ ਨੂੰ ਦੱਸਿਆ ਗਿਆ ਤਾਂ ਰਿਜ਼ਲਟ ਕੀ ਨਿਕਲਿਆ ਹੈਗਾ। ਕੰਸੀਡਰ ਦੇ ਆਬਜੈਕਸ਼ਨਸ ਉਹਦੇ ਜੇ ਕੋਈ ਇਤਰਾਜ਼ ਕਰਦਾ ਵੀ ਮੇਰਾ ਰਕਬਾ ਘੱਟ ਹੈ ਜਾਂ ਵੱਧ ਹੈ ਉਹ ਵੀ ਸੁਣਨਾ ਹੈਗਾ ਉਸਨੂੰ। ਰਾਈਟ ਅਪ ਦਾ ਫੀਲਡ ਬੁੱਕ, ਨਾਲ ਹੀ ਨਾਲ ਕੀ ਹੈਗਾ ਰਾਈਟ ਅਪ ਦਾ ਫੀਲਡ ਬੁੱਕ, ਦਾ ਖਤੌਨੀ ਐਂਡ ਦਾ ਜ਼ਿਮੀਂਦਾਰਸ ਪਰਚਾ। ਫੀਲਡ ਬੁੱਕ ਬਣੇਗੀ ਨਾਲ ਦੀ ਨਾਲ ਮੌਕੇ ਤੇ, ਜਦੋਂ ਜਿਹੜਾ ਖੇਤ ਮਿਣਤੀ ਕੀਤੀ ਜਾਣੀ ਹੈ ਕਿਸੇ ਮਾਲਕ ਦੀ, ਤਾਂ ਉਹਦਾ ਨੰਬਰ ਆਫ ਦਾ ਫੀਲਡ, ਨੰਬਰਿੰਗ ਚੇਂਜ ਹੋ ਜਾਂਦੀ ਹੈ ਫੀਲਡਾਂ ਦੀ, ਖਸਰਾ ਨੰਬਰਾਂ ਦੀ ਚੇਂਜ ਹੁੰਦੇ ਜਿਵੇਂ ਇੱਕ ਨੰਬਰ ਦਾ ਉਹਦੇ 2 ਟੁਕੜੇ ਬਣ ਗਏ, 3 ਟੁਕੜੇ ਬਣ ਗਏ, ਫਿਰ ਖਸਰਾ ਨੰਬਰ ਬਦਲ ਜਾਣਗੇ ਸਾਰੇ। ਤੇ ਨਾਲ ਹੀ ਪਹਿਲਾਂ ਅਸੀਂ ਲਿਖਾਂਗੇ ਜਿਹੜਾ ਹੁਣ ਸਾਡਾ ਨਵਾਂ ਨੰਬਰ ਖਸਰਾ ਬਣ ਰਿਹਾ ਉਹ, ਤੇ ਨਾਲ ਹੀ ਉਹਦਾ ਪਹਿਲਾ ਨੰਬਰ ਖਸਰਾ ਕਿਹੜਾ ਸੀਗਾ। ਇਹ ਜਿਹੜੇ 4 ਕਾਲਮ ਬਣਾਏ ਗਏ ਨੇ ਫੀਲਡ ਬੁੱਕ ਦੇ, 4 ਕਾਲਮ ਬਣ ਗਏ। ਨੰਬਰ ਆਫ ਦਾ ਫੀਲਡ ਜੋ ਅਸੀਂ ਹੁਣ ਕਰੰਟ ਪਾਵਾਂਗੇ,
ਪਹਿਲਾ ਨੰਬਰ ਖਸਰਾ ਤੇ ਨੰਬਰ ਆਫ ਦਾ ਖਤੌਨੀ, ਕਿਹੜੀ ਖਤੌਨੀ 'ਚ ਇਹ ਨੰਬਰ ਖਸਰਾ ਹੁਣ ਸਾਡੇ ਐਂਟਰ ਕੀਤਾ ਹੈਗਾ। ਏਰੀਆ ਉਹਦਾ ਕੈਲਕੂਲੇਸ਼ਨ, ਚੜ੍ਹਦਾ ਕਿੰਨਾ, ਲਹਿੰਦਾ ਕਿੰਨਾ, ਦੱਖਣ ਤੇ ਫਾੜ ਕਿੰਨਾ, ਤੇ ਉਹਦੀ ਕੈਲਕੂਲੇਸ਼ਨ ਕਿੰਨੀ ਬਣਦੀ ਹੈ। ਰਕਬਾ 8 ਕਨਾਲ ਦਾ, 4 ਕਨਾਲ ਦਾ, 2 ਕਨਾਲ ਦਾ, 3 ਕਨਾਲ ਦਾ, ਜਿੰਨਾ ਵੀ ਬਣਦਾ ਹੈਗਾ ਉਹ ਅਸੀਂ ਇੱਥੇ ਕੱਢ ਕੇ ਲਿਖਾਂਗੇ। ਲਿਸਟ ਆਫ ਦਾ ਫੀਲਡਸ ਔਨ ਦਾ ਮਾਰਜਨ ਆਫ ਦਾ ਫੀਲਡ ਮੈਪ। In order to make it easy to refer from the field map to the Jawabandi, the Patwari will write a list on a separate mapping sheet to be filled with the map as under। ਇੱਕ ਨਾਲ ਦੀ ਨਾਲ ਮੈਪਿੰਗ ਸ਼ੀਟ ਬਣਦੀ ਰਹੇਗੀ, ਰੈਗੂਲਰ ਨੰਬਰ ਬਣਦੇ ਰਹਿਣਗੇ ਨਾਲ ਨਾਲ। ਫੀਲਡ ਬੁੱਕ ਤਾਂ ਵੱਖਰੀ ਬਣਦੀ ਰਹੇਗੀ, ਪਰ ਇੱਕ ਰੈਗੂਲਰ, ਜਿਵੇਂ ਕਹਿੰਦੇ ਰੈਗੂਲਰ ਨੰਬਰ ਖਸਰਾ, ਨੰਬਰ ਆਫ ਦਾ ਫੀਲਡ, ਨੰਬਰ ਆਫ ਦਾ ਖਤੌਨੀ ਇਨ ਵਿਚ ਐਂਟਰਡ। ਨਾਲ ਦੀ ਨਾਲ ਤੁਸੀਂ ਤਿਆਰ ਕਰਦੇ ਰਹੋਗੇ ਵੀ ਕਿੰਨੇ ਨੰਬਰ ਖਸਰਾ ਕਿਹੜੀ ਖਤੌਨੀ ਦੇ ਵਿੱਚ ਦਰਜ ਕੀਤਾ ਗਿਆ ਹੈ, ਠੀਕ ਹੈ, ਤਾਂ ਕਿ ਸੌਖੇ ਤੌਰ ਤੇ ਜੇ ਕਿਸੇ ਖਤੌਨੀ ਤੇ ਅਸੀਂ ਪਹੁੰਚਣਾ ਹੋਵੇ ਤਾਂ ਕਿਹੜਾ ਨੰਬਰ ਖਸਰਾ ਕਿਸ ਮਾਲਕ ਦਾ ਹੈਗਾ, ਉੱਥੇ ਇਮੀਡੀਏਟ ਪਹੁੰਚਿਆ ਜਾ ਸਕਦਾ ਹੋਵੇ। ਜਿਵੇਂ ਕਿ ਆਪਣੇ ਜਮਾਂ ਦੀ ਅੱਗੇ ਲੱਗਦੀ ਹੈ ਨੰਬਰ ਖਸਰਾ ਦੀ ਲਿਸਟ ਲੱਗਦੀ ਹੈ ਤੇ ਨਾਲ ਹੀ ਖਤੌਨੀ ਨੰਬਰ ਪਾਇਆ ਹੁੰਦਾ ਹੈ। ਫਿਰ ਕਿਹਾ ਗਿਆ ਵੀ ਜਦੋਂ ਕੋਈ ਮਾਲਕ ਮੌਕੇ ਤੇ ਹਾਜ਼ਰ ਹੋਵੇ ਜਾਂ ਨਾ ਹੋਵੇ, ਪਰ ਚਾਂਸ ਜਦੋਂ ਮਿਣਤੀ ਹੋ ਰਹੀ ਹੁੰਦੀ ਤਾਂ ਉਹਦਾ ਪ੍ਰੋਸੀਜਰ ਕੀ ਹੈਗਾ। ਜਦੋਂ ਮਿਣਤੀ ਹੋ ਰਹੀ ਹੈ, ਜਿਹੜੇ ਮਾਲਕ ਮੌਕੇ ਤੇ ਹਾਜ਼ਰ ਹੈਗੇ ਉਹ ਤਾਂ ਠੀਕ ਹੈ, ਉਹਨਾਂ ਦੇ ਸਾਹਮਣੇ ਮਿਣਤੀ ਹੋਏਗੀ, ਫੀਲਡ ਬੁੱਕ ਬਣੇਗੀ, ਖੇਤ ਦੇ ਚਾਰੇ ਪਾਸੇ ਜਰੀ ਮਾਰ ਕੇ ਮਤਲਬ ਕਿ ਉਹਦੀਆਂ ਕਰਮਾਂ ਲਿਖੀਆਂ ਜਾਣਗੀਆਂ, ਠੀਕ ਹੈ ਜੀ। ਨਾਲ ਦੀ ਨਾਲ ਫੀਲਡ ਬੁੱਕ ਬਣੇਗੀ, ਨੰਬਰ ਖਸਰਾ ਦਰਜ ਕੀਤਾ ਜਾਵੇਗਾ। ਪਰ ਜਿੱਥੇ ਕਿਤੇ ਕੋਈ ਮਾਲਕ ਮੌਕੇ ਤੇ ਹਾਜ਼ਰ ਨਾ ਹੋਵੇ ਤਾਂ ਉਹਨਾਂ ਦੇ ਖਾਨਾ ਕੈਫੀਅਤ ਦੇ ਵਿੱਚ ਜਿੱਥੇ ਫੀਲਡ ਬੁੱਕ ਬਣਾਈ ਜਾ ਰਹੀ ਹੈ ਉੱਥੇ ਐਕਸ ਦਾ ਮਾਰਕ ਦਰਜ ਕੀਤਾ ਜਾਵੇਗਾ ਪਟਵਾਰੀ ਹਲਕਾ ਵੱਲੋਂ। ਐਕਸ ਤੋਂ ਮਤਲਬ ਇਹ ਸ਼ੋ ਹੋਏਗਾ ਵੀ ਇਹ ਜਿਹੜਾ ਵਿਅਕਤੀ ਹੈਗਾ ਮੌਕੇ ਤੇ ਗੈਰ ਹਾਜ਼ਰ ਹੈਗਾ, ਐਬਸੈਂਟ ਹੈਗਾ, ਠੀਕ ਹੈ। ਤੇ ਨਾਲ ਹੀ ਲਿਖਿਆ ਜਾਏਗਾ ਐਮ ਔਰ ਕੇ, ਵੀ ਇਹ ਮਾਲਕ ਹੈ ਜਾਂ ਇਹ ਕਾਸ਼ਤਕਾਰ ਹੈ, ਕੀ ਹੈ, ਠੀਕ ਹੈ, ਇਹ ਵੀ ਦਰਜ ਕੀਤਾ ਜਾਏਗਾ। ਮੰਨ ਲਓ 4 ਨੰਬਰ ਖਸਰਾ ਸੀ, ਉਹਦੀ ਐਬਸੈਂਟ ਦੇ ਜਦੋਂ ਮਿਣਤੀ ਕਰ ਲਈ, 5ਵੇਂ ਨੰਬਰ ਖਸਰਾ ਤੇ ਉਹ ਸਾਡੇ ਨਾਲ ਦੁਬਾਰਾ ਉਹਨੇ ਮਤਲਬ ਕਿ ਪਾਰਟੀਸਪੇਟ ਕਰ ਲਿਆ, ਆ ਗਿਆ, ਯਾਨੀ ਕਿ ਉਹ ਲੇਟ ਆਇਆ, ਤਾਂ ਅਸੀਂ ਥੋੜਾ ਸਾ ਮਾਰਜਨ ਛੱਡ ਕੇ, ਅੱਧੀ ਇੰਚ ਦਾ ਜਿਹੜੀ ਫੀਲਡ ਬੁੱਕ ਬਣ ਰਹੀ ਹੈ, ਅੱਧੀ ਇੰਚ ਦਾ ਮਾਰਜਨ ਛੱਡ ਕੇ ਤੇ ਦੁਬਾਰਾ ਕੰਟੀਨਿਊ ਕਰ ਲਾਂਗੇ। ਤੇ ਫਿਰ ਜਿਹੜੇ ਨੰਬਰ ਖਸਰਾ ਅਸੀਂ ਪਹਿਲਾਂ ਮਿਣ ਚੁੱਕੇ ਉਹਨੂੰ ਸਾਨੂੰ ਦੁਬਾਰਾ ਮਿਣਤੀ ਕਰਨ ਦੀ ਲੋੜ ਨਹੀਂ ਹੁੰਦੀ, ਪਰ ਉੱਥੇ ਇਹ ਸ਼ੋ ਜ਼ਰੂਰ ਹੋ ਜਾਂਦਾ ਵੀ ਇਹ ਜਿਹੜੇ ਜਿੱਥੇ ਐਕਸ ਮਾਰਕ ਕੀਤਾ ਗਿਆ ਵੀ ਇਹ ਜਿਹੜੇ ਨੰਬਰ ਨੇ ਇਹ ਇਨ ਦਾ ਐਬਸੈਂਸ ਆਫ ਦਾ ਮਤਲਬ ਕਿ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਦੇ ਵਿੱਚ ਮਿਣਤੀ ਕੀਤੀ ਗਈ ਹੈ। ਤੇ ਉਸ ਤੋਂ ਬਾਅਦ ਜੇ ਕਿਤੇ ਕੋਈ ਆਬਜੈਕਸ਼ਨਸ ਉਹਨੂੰ ਹੁੰਦਾ ਤਾਂ ਫਿਰ ਉਹ ਕਾਨੂੰਨ ਕੋਲ ਇਤਰਾਜ਼ ਕਰ ਸਕਦਾ, ਕਾਨੂੰਨ ਜਾ ਕੇ ਮੌਕੇ ਤੇ ਦੇਖ ਸਕਦੇ ਹੈਗੇ। ਤਾਂ ਪਟਵਾਰੀ ਹਲਕਾ ਦੁਬਾਰਾ ਮੌਕੇ ਤੇ ਬਾਰ-ਬਾਰ ਜ਼ਿਮੀਂਦਾਰ ਲੇਟ ਆਇਆ ਹੋ ਰਿਹਾ ਤਾਂ ਪਟਵਾਰੀ ਹਲਕਾ ਦੁਬਾਰਾ ਜਾ ਕੇ ਮਿਣਤੀ ਨਹੀਂ ਕਰੇਗਾ। ਪ੍ਰੋਸੀਜਰ ਇਨ ਕੇਸ ਆਫ ਟ੍ਰਿਫਲਿੰਗ ਡਿਸਪਿਊਟਸ ਔਰ ਡਿਸਕ੍ਰਿਪੈਂਸੀਜ਼। ਜੇ ਕਿਤੇ ਮਾਈਨਰ ਮਿਸਟੇਕਸ ਆਉਂਦੀਆਂ ਨੇ ਜਾਂ ਕੋਈ ਮੇਜਰ ਮਿਸਟੇਕਸ ਆਉਂਦੀਆਂ ਨੇ, ਜੇ ਮਾਈਨਰ ਮਿਸਟੇਕਸ ਨੂੰ ਤਾਂ ਮਤਲਬ ਕਿ ਇਗਨੋਰ ਕੀਤਾ ਜਾਂਦਾ ਹੈ, ਜੇ ਕਿਤੇ ਮੇਜਰ ਮਿਸਟੇਕਸ ਆਉਂਦੀਆਂ ਨੇ ਤਾਂ ਉਹਦੀ ਜਿਹੜੀ ਰਿਪੋਰਟ ਹੈਗੀ ਹੈ, ਬਾਉਂਡਰੀ ਦੇ ਵਿੱਚ ਕੋਈ ਮਿਸਟੇਕ ਆ ਗਈ, ਪਰਮਾਨੈਂਟ ਬਾਉਂਡਰੀ ਹੈਗੀ ਉੱਥੇ ਕੋਈ ਮਿਸਟੇਕ ਆ ਗਈ, ਪਟਵਾਰੀ will measure according to the boundary, if that is not then he will measure according to the former papers। ਪੁਰਾਣੇ ਪੇਪਰਾਂ ਦੀ ਜਿਹੜੀ ਹੈਗੀ ਹੈ ਉਹਦੀ ਹੈਲਪ ਲੈ ਕੇ ਜਿਹੜੀ ਹੈਗੀ ਹੈ ਮਿਣਤੀ ਕੀਤੀ ਜਾਂਦੀ ਹੈ। ਤੇ ਜੇ ਕੋਈ ਮੇਜਰ ਮਿਸਟੇਕ ਹੋ ਗਈ ਉਹਦੀ ਰਿਪੋਰਟ ਕਾਨੂੰਗੋ ਹਲਕੇ ਨੂੰ ਕਰ ਦਿੱਤੀ ਜਾਂਦੀ ਹੈ, ਜੇ ਕੋਈ ਮਾਈਨਰ ਮਿਸਟੇਕ ਹੈ ਤਾਂ ਉਹਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ। ਦੈਨ ਹੈਗਾ field names and orders in which field should be numbered। field names and orders in which field number should be numbered। ਜਿਨ ਕਿ ਇੱਕ ਮਾਲਕ ਹੈ, ਜਿਹੜੇ ਇੱਕ ਮਾਲਕ ਹੈ ਉਹਦੇ ਨੰਬਰਾਂ ਦੀ ਮਿਣਤੀ ਇਕੱਠਿਆਂ ਦੀ ਸਾਰਿਆਂ ਦੀ ਹੁੰਦੀ ਹੈ, ਉਹਨੂੰ ਨੰਬਰਿੰਗ ਵੀ ਟੱਕ ਵਾਈਜ਼ ਦਿੱਤੀ ਜਾਂਦੀ ਹੈ। ਜਿਵੇਂ ਆਪਾਂ ਤੁਸੀਂ ਦੇਖਦੇ ਹੋ ਮਤਲਬ ਕਿ ਜਿੱਥੇ ਪੁਰਾਣੇ ਜਿਹੜੀ ਮਿਣਤੀ ਹੈ ਵਿੱਕੀ ਵਿਸ਼ਵ ਵਿੱਚ ਹੋਈ ਵੀ ਹੈ, ਜਿਹੜੇ ਉਹਦੀ ਨੰਬਰਿੰਗ ਕਿਵੇਂ ਹੁੰਦੀ ਹੈ, ਈਸਟ ਤੋਂ ਵੈਸਟ, ਵੈਸਟ ਤੋਂ ਈਸਟ ਵੱਲ ਨੂੰ ਜਾਂਦੀ ਹੈ, ਠੀਕ ਹੈ, ਫਿਰ ਨੀਚੇ ਉਤਰ ਕੇ ਮਤਲਬ ਕਿ ਵੈਸਟ ਵੱਲ ਨੂੰ ਜਾਂਦੀ ਹੈ। ਇੱਦਾਂ ਜਿਹੜੀ ਨੰਬਰਿੰਗ ਨੰਬਰ ਖਸਰਾ ਦੀ ਕੀਤੀ ਜਾਂਦੀ ਹੈ, ਇੱਕ ਮਾਲਕ ਦੇ ਨੰਬਰਾਂ ਨੂੰ ਟੱਕ ਦੇ ਮੁਤਾਬਕ ਜਿਹੜੇ ਹੈਗੀ ਹੈ ਨੰਬਰਿੰਗ ਦਿੱਤੀ ਜਾਂਦੀ ਹੈ। ਆਬਾਦੀ ਦਾ ਇੱਕ ਨੰਬਰ ਲਗਾਇਆ ਜਾਂਦਾ ਹੈ ਤੇ ਉਹਦੇ ਨੰਬਰ ਖਸਰਾ ਕੋਈ ਨਾਲ ਹੈਗੇ, ਕੋਈ ਹੱਥ ਹੈਗੇ, ਕੋਈ ਰੂੜੀਆਂ ਹੈਗੀਆਂ, ਉਹਨਾਂ ਨੂੰ ਜਿਹੜਾ ਰੈਡ ਇੰਕ ਦੇ ਨਾਲ ਵੱਖਰਾ ਵੱਡੇ ਜਿਹਨੂੰ ਅਸੀਂ ਪੱਕੇ ਨੰਬਰ ਕਹਿੰਦੇ ਨੇ ਉਹ ਨੰਬਰ ਦਿੱਤੇ ਜਾਂਦੇ ਨੇ। ਵਿਲੇਜ ਰੋਡਸ, ਪਿੰਡੀਆਂ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਵੱਡੇ ਨੰਬਰ ਦਿੰਦੇ ਹਾਂ। ਇਸ ਤਰੀਕੇ ਜਿਹੜੇ ਇਰੀਗੇਸ਼ਨ ਦੇ ਖਾਲ ਵਗੈਰਾ ਹੁੰਦੇ ਨੇ, ਠੀਕ ਹੈ ਜੀ, ਸੜਕਾਂ ਹੁੰਦੀਆਂ ਨੇ ਪਿੰਡ ਦੀਆਂ, ਠੀਕ ਹੈ, ਉਹਨਾਂ ਨੂੰ ਵੀ ਪੱਕੇ ਨੰਬਰ ਦਿੱਤੇ ਜਾਂਦੇ ਆ। ਆਮ ਤੌਰ 'ਤੇ ਜਿਹੜੇ ਰਸਤੇ ਹੁੰਦੇ 3 ਕਦਮ ਚੌੜੇ ਛੱਡੇ ਜਾਂਦੇ ਨੇ, ਜਿਹੜੇ ਸਾਡੇ ਖਾਲ ਹੁੰਦੇ ਆ ਉਹਨਾਂ ਦੀ ਜਿਹੜੀ ਚੜਾਈ ਹੁੰਦੀ ਹੈ ਲਗਭਗ 1 ਕਦਮ ਦੇ ਬਰਾਬਰ ਹੁੰਦੀ ਹੈ। ਬਾਉਂਡਰੀਜ਼ ਆਫ ਦਾ ਫੀਲਡਸ not marked on the ground how shown। ਜੇ ਕਿਤੇ ਹੁਣ ਕੋਈ ਖੇਤ ਹੈਗਾ ਸੀ, ਉਹਦੀਆਂ ਖੇਤ ਦੀਆਂ ਜਿਹੜੀ ਇੱਕ ਬਾਹੀ ਮੌਕੇ ਤੇ ਢਈ ਵੀ ਹੈਗੀ ਹੈ, ਦੂਜੇ ਖੇਤ ਦੇ ਵਿੱਚ ਰਲੀ ਵੀ ਹੈਗੀ ਹੈ, ਠੀਕ ਹੈ, ਤਾਂ ਅਸੀਂ ਪਰਮੈਸ਼ ਤਾਂ ਕਰ ਲਾਂਗੇ ਉਸ ਦੀ ਪੁਰਾਣੇ ਲੱਠੇ ਨੂੰ ਦੇਖ ਕੇ।
ਪੁਰਾਣੇ ਲੱਠੇ ਨੂੰ ਦੇਖ ਕੇ ਮੌਕੇ ਤੇ ਅਸੀਂ ਵਜੀਬ ਮਾਰ ਕੇ ਮਿਹਨਤ ਤਾਂ ਕਰ ਲਾਂਗੇ, ਪਰ ਮੌਕੇ ਤੇ ਜਿਵੇਂ ਨਾਰਥ ਸਾਈਡ ਦੀ ਮੰਨ ਲਓ ਕਿਸੇ ਖੇਤ ਦੇ ਨਾਰਥ ਸਾਈਡ ਦੀ ਜਿਹੜੀ ਵੱਟ ਹੈਗੀ ਉਹ ਮੌਕੇ ਤੇ ਮੌਜੂਦ ਨਹੀਂ ਹੈਗੀ, ਤਾਂ ਅਸੀਂ ਜਿਹੜਾ ਨਕਸ਼ਾ ਬਣਾਵਾਂਗੇ ਉਸ ਨਕਸ਼ੇ ਦੇ ਉੱਪਰ ਅਸੀਂ ਜਿਹੜਾ ਨਾਰਥ ਸਾਈਡ ਦੀ ਲਾਈਨ ਹੈਗੀ ਆ ਉਹਦੇ ਉੱਪਰ ਮਾਰਕਿੰਗ ਕਰ ਦਾਂਗੇ ਵੀ, ਤਾਂ ਕਿ ਇਹ ਡੀਲਾਈਨੇਟਡ ਕਰ ਦਾਂਗੇ ਉਸ ਲਾਈਨ ਨੂੰ, ਕਟਿੰਗ ਕਰ ਦਾਂਗੇ ਉਸ ਲਾਈਨ ਨੂੰ, ਤਾਂ ਕਿ ਇਹ ਪਤਾ ਲੱਗ ਜਾਏ ਵੀ ਮੌਕੇ ਦੇ ਉੱਪਰ ਜਿਹੜੀ ਖੇਤ ਹੈਗਾ ਉੱਥੇ ਜਿਹੜੀ ਇਹ ਲਾਈਨ ਹੈ ਇਹ ਮੌਕੇ ਤੇ ਕੱਟੀ ਵੀ ਹੈਗੀ ਹੈ, ਤੇ ਖੇਤ ਜਿਹੜਾ ਹੈਗਾ ਨਾਰਥ ਵਾਲੀ ਜਿਹੜੀ ਸਾਈਡ ਹੈਗੀ ਹੈ ਉਹ ਮੌਕੇ ਤੇ ਦੂਜੇ ਖੇਤ 'ਚ ਲਈ ਵੀ ਹੈਗੀ ਹੈ, ਬਾਕੀ 3 ਸਾਈਡਾਂ ਮੌਕੇ ਤੇ ਕੰਪਲੀਟ ਹੈਗੀਆਂ ਨੇ। ਤਾਂ ਮਤਲਬ ਇਹ ਸਾਬਤ ਹੁੰਦਾ ਹੈ। Procedure at the beginning and end of day's work। ਜਦੋਂ ਕੰਮ ਸਟਾਰਟ ਕਰਨਾ ਹੈ ਮਿਣਤੀ ਦਾ ਤਾਂ ਕੀ ਕਰਨਾ ਹੈਗਾ, ਜ਼ਮੀਨ ਦੀ ਜਿਹੜੀ ਟੈਸਟ ਜਿਹੜੀ ਚੇਨ ਹੁੰਦੀ ਹੈ ਅੱਡਾ ਲਗਾਇਆ ਜਾਂਦਾ ਹੈ, ਠੀਕ ਹੈ, ਅੱਡਾ ਲਗਾ ਕੇ ਜਿਹੜੀ ਚੇਨ ਦੀ ਟੈਸਟ ਕੀਤੀ ਜਾਂਦੀ ਹੈ। ਚੈੱਕ ਦਾ ਐਂਟਰੀਜ਼ ਆਫ ਦਾ ਨੰਬਰ ਸਾਬਿਕ ਫਾਰਮਰ ਫੀਲਡ ਨੰਬਰ ਖਸਰਾ ਜਿਹੜੀ ਫੀਲਡ ਮੈਪ ਬਣਾਇਆ ਗਿਆ। ਚੈੱਕ ਦਾ ਐਂਟਰੀਜ਼ ਆਫ ਦਾ ਨੰਬਰ ਸਾਬਿਕ ਪੁਰਾਣੇ ਜਿਹੜੇ ਨੰਬਰ ਖਸਰਾ ਹੈਗੇ ਆ ਉਹਨਾਂ ਦੇ ਜਿਹੜੇ ਨੰਬਰ ਨੇ ਉਹ ਚੈੱਕ ਕੀਤੇ ਜਾਂਦੇ ਨੇ। ਕੰਪੇਅਰ ਦਾ ਏਰੀਆ ਐਂਟਰੀਜ਼ ਆਫ ਦਾ ਫੀਲਡ ਬੁੱਕ ਐਂਡ ਖਤੌਨੀਜ਼, ਮਤਲਬ ਕਿ ਰਿਕਾਰਡ ਦੀ ਚੈਕਿੰਗ ਕਰ ਲਈ ਜਾਂਦੀ ਹੈ, ਚੇਨ ਦੀ ਚੈਕਿੰਗ ਕਰ ਲਈ ਜਾਂਦੀ ਹੈ। ਤੇ ਫਿਰ ਡੇਲੀ ਆਊਟਰਨ ਡੇਲੀ ਪ੍ਰੋਗਰੈਸ ਦੀ ਗੱਲ ਕੀਤੀ ਗਈ ਹੈ ਰੂਲ ਨੰਬਰ 14A ਦੇ ਵਿੱਚ ਅਪੈਂਡਿਕਸ 7 ਦਾ। ਸੈਟਲਮੈਂਟ ਆਫੀਸਰ ਜਿਹੜਾ ਹੈਗਾ ਉਹ ਇੱਕ ਆਪਣੇ ਤਰੀਕੇ ਦੇ ਮੁਤਾਬਕ ਵੀ ਇੱਕ ਚੇਨ ਵਾਲਾ ਵਿਅਕਤੀ, ਜੇ ਇੱਕ ਚੇਨ ਚੱਲ ਰਹੀ ਹੈ, ਕਈ ਵਾਰੀ ਇੱਦਾਂ ਹੁੰਦਾ ਮਿਣਤੀ ਲਗਾਤਾਰ 2-2 3-3 ਗਰੁੱਪ ਬਣਾ ਦਿੱਤੇ ਜਾਂਦੇ ਨੇ, ਜਿਵੇਂ 3 ਪਟਵਾਰੀਆਂ 3 ਜਗ੍ਹਾ ਤੇ ਮਿਣਤੀ ਹੋ ਰਹੀ ਹੈ ਰੈਗੂਲਰ ਇੱਕੋ ਟਾਈਮ ਤੇ ਹੋ ਰਹੀ ਹੈ ਇੱਕ ਪਿੰਡ ਦੀ ਮਿਣਤੀ ਜਲਦੀ ਕੰਮ ਨੂੰ ਖਤਮ ਕਰਨ ਦੇ ਖਾਤਰ, ਠੀਕ ਹੈ। ਤਾਂ ਉਹਦੀ ਐਵਰੇਜ ਕੱਢ ਕੇ ਇੱਕ ਜਿਹੜਾ ਚੇਨਮੈਨ ਦਾ ਇੱਕ ਗਰੁੱਪ ਹੈਗਾ ਉਹ ਕਿੰਨੇ ਕੁ ਫੀਲਡ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਹੈਗੀ ਮੇਜਰਮੈਂਟ ਕਰ ਦਿੰਦਾ ਹੈਗਾ, ਇਹ ਕਿੰਨੀ ਪ੍ਰੋਗਰੈਸ ਜਾਣੀ ਕਿ ਇੱਕ ਦਿਨ ਦੇ ਵਿੱਚ ਨਿਕਲੇਗੀ। ਇਸ ਤਰੀਕੇ ਜਿਹੜੀ ਇੱਕ ਆਊਟਰਨ ਬਣਾਈ ਜਾਂਦੀ ਹੈ ਸੈਟਲਮੈਂਟ ਆਫੀਸਰ ਵੱਲੋਂ, ਇਹਦੀ ਇਹ ਜਿਹੜੀ ਮੇਜਰਮੈਂਟ ਬਣਦੀ ਹੈ ਜੀ ਪ੍ਰੋਗਰੈਸ ਦੇ ਅਕੋਰਡਿੰਗ ਜਿਹੜੀ ਰਿਪੋਰਟ ਹੈ ਉੱਪਰ ਦਿੱਤੀ ਜਾਂਦੀ ਹੈ, FCR ਨੂੰ ਭੇਜੀ ਜਾਂਦੀ ਹੈ ਵੀ ਸਾਡਾ ਜਿਹੜਾ ਇਹ ਪਿੰਡ ਹੈਗਾ ਇਹਦੇ 'ਚ ਇੱਕ ਦਿਨ 'ਚ ਇੰਨੀ ਕੁ ਮਿਣਤੀ ਹੋ ਰਹੀ ਹੈ, ਇਹ ਪਿੰਡ ਇੰਨੀ ਤਰੀਕ ਨੂੰ ਖਤਮ ਹੋ ਸਕਦਾ ਹੈ, ਲਗਭਗ ਇਹਦੇ 'ਚ 15 ਦਿਨ ਲੱਗਣਗੇ ਜਾਂ 20 ਦਿਨ ਲੱਗਣਗੇ। ਉਸ ਆਊਟਰਨ ਦੇ ਮੁਤਾਬਕ ਹੀ ਉਸ ਪ੍ਰੋਗਰੈਸ ਜਿਹੜੀ ਟੀਮ ਹੁੰਦੀ ਹੈ, ਟੀਮਾਂ ਤੋਂ ਜਿਹੜੀ ਪ੍ਰੋਗਰੈਸ ਲਈ ਜਾਂਦੀ ਹੈ ਕੰਮ ਕਰਨ ਦੀ। Inking in the fields will be inked into the sajra week by week after Kanago has tested field number in red ink and all other entries in black ink। ਕਾਨੂੰਗੋ ਹਲਕਾ ਵੱਲੋਂ ਨਾਲ ਦੀ ਨਾਲ ਜਿਹੜਾ ਚੈੱਕ ਕਰ ਲਿਆ ਜਾਂਦਾ ਹੈਗਾ ਜਿਹੜਾ ਨਕਸ਼ਾ ਬਣਦਾ ਹੈ। ਇਹੀ ਕਿਹਾ ਗਿਆ ਇਹਦੇ ਵਿੱਚ ਟੌਪੀਕਲ ਸਾਈਨਸ ਟੂ ਬੀ ਐਂਟਰਡ ਇਨ ਦਾ ਫੀਲਡ ਮੈਪਸ। ਕੁਝ ਸਾਈਨ ਹੁੰਦੇ ਨੇ ਜਿਹੜੇ ਕਿ ਸਰਵੇ ਆਫ ਇੰਡੀਆ ਵੱਲੋਂ ਲਗਾਏ ਗਏ ਹੁੰਦੇ ਨੇ, ਠੀਕ ਹੈ, ਉਹਨਾਂ ਦੀ ਗੱਲ ਕੀਤੀ ਗਈ ਹੈ। ਟੌਪੀਕਲ ਸਾਈਨਸ ਜਿਹੜੇ ਹੈਗੇ ਨੇ ਉਹ ਜਿਹੜਾ ਸਾਡਾ ਲੱਠਾ ਹੁੰਦਾ ਹੈ ਜਿਹੜਾ ਅਸੀਂ ਲੈ ਕੇ ਚੱਲਦੇ ਹਾਂ ਪੁਰਾਣਾ ਸਾਡੇ ਨਾਲ ਹੁੰਦਾ ਹੈ, ਉਹਦੇ ਉੱਪਰ ਨਾਲ ਦੀ ਨਾਲ ਮੌਕੇ ਤੇ ਜਿੱਥੇ ਸਾਈਨ ਕਿਤੇ ਲੱਗਿਆ ਹੋਇਆ ਤਾਂ ਠੀਕ ਹੈ, ਜਿੱਥੇ ਕਿਤੇ ਨਹੀਂ ਲੱਗਿਆ ਹੋਇਆ ਉਹ ਸਾਈਨ ਲਗਾ ਦਿੱਤਾ ਜਾਂਦਾ। ਵੈਨ ਸਰਵੇ ਪਾਰਟੀਜ਼ ਐਟ ਵਰਕ in a district under settlement, a few selected men should be sent to by the surveyor। ਚਲੋ ਮਤਲਬ ਸਰਵੇ ਮਾਰਕਾਂ ਦੀ ਗੱਲ ਕੀਤੀ ਗਈ ਹੈ। ਲੱਠੇ ਦੇ ਸਰਵੇ ਮਾਰਕ ਕਿਤੇ ਟ੍ਰਾਂਜੈਕਸ਼ਨ ਪਿਲਰ ਲੱਗਿਆ ਹੋਇਆ, ਕਿਤੇ ਬੁਰਜੀ ਲੱਗੀ ਵੀ ਹੈਗੀ ਹੈ, ਠੀਕ ਹੈ। ਸਾਈਨਸ ਵਗੈਰਾ ਕਿਹੜਾ ਸਾਈਨ ਕਿਸ ਚੀਜ਼ ਨੂੰ ਸ਼ੋਅ ਕਰਦਾ ਹੈ। ਫਿਰ ਕਲਰਿੰਗ ਆਫ ਦਾ ਮੈਪਸ, ਜਿਹੜੇ ਮੈਪ ਬਣਦਾ ਹੈਗਾ ਉਹਨੂੰ ਕਲਰਿੰਗ ਵੀ ਕੀਤੀ ਜਾਂਦੀ ਹੈ। ਤਿਆਰ ਜਿਹੜਾ ਮੈਪ ਨਵਾਂ ਅਸੀਂ ਨਾਲ ਮੈਪ ਨਵਾਂ ਤਿਆਰ ਕਰਦੇ ਹਾਂ ਉਹਨੂੰ ਕਲਰਿੰਗ ਵੀ ਕਰਦੇ ਹਾਂ। ਜਿਵੇਂ ਕੋਈ ਜਿਹੜੀਆਂ ਹੈਗੀਆਂ ਨੇ ਪੰਚਾਇਤੀ ਜ਼ਮੀਨਾਂ ਹੁੰਦੀਆਂ ਉਹਦਾ ਰੰਗ ਪੀਲਾ ਦਿਖਾਇਆ ਜਾਂਦਾ ਹੈ, ਰਸਤੇ ਵਗੈਰਾ ਉਹ ਲਾਲ ਰੰਗ ਦਿਖਾਏ ਜਾਂਦੇ ਨੇ। ਇੱਦਾਂ ਲੋੜ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਦੀ ਕਲਰਿੰਗ ਕਰੀ ਜਾਂਦੀ ਹੈ। ਪਟਵਾਰੀ ਹਲਕਾ ਵੱਲੋਂ ਵੀ ਕਰੀ ਜਾ ਸਕਦੀ ਹੈ ਜਾਂ ਫਿਰ ਸਪੈਸ਼ਲ ਕੋਈ ਟੀਮ ਵੀ ਲਗਾਈ ਜਾ ਸਕਦੀ ਹੁੰਦੀ ਕਲਰਿੰਗ ਕਰਨ ਵਾਸਤੇ। ਮਤਲਬ ਧਿਆਨ ਇਹ ਰੱਖਿਆ ਜਾਂਦਾ ਵੀ ਜਿਹੜਾ ਨਕਸ਼ਾ ਉਹ ਖਰਾਬ ਨਾ ਹੋਵੇ। ਮੈਪਸ ਟੂ ਬੀ ਕੈਪਟ ਇਨ ਫਲੈਟ ਬਾਕਸਸ, ਜਿਹੜੇ ਨਕਸ਼ੇ ਨਾਲ ਬਣ ਰਹੇ ਨੇ ਇਹਨੂੰ ਫਲੈਟ ਬਾਕਸਸ 'ਚ ਰੱਖਿਆ ਜਾਂਦਾ ਤਾਂ ਕਿ ਇਹ ਮੁੜ ਕਰਕੇ ਖਰਾਬ ਨਾ ਹੋਣ। ਫਿਰ ਕੀ ਹੈ, ਇੰਡੈਕਸ ਮੈਪ ਬਣਦਾ ਹੈ ਜਿਹੜੇ ਜਮਾਬੰਦੀ ਮਤਲਬ ਤੁਹਾਡੇ ਕੋਲੇ ਜਿਹੜੀ ਬਣ ਗਈ ਨਕਸ਼ਾ ਬਣ ਗਿਆ ਤੁਹਾਡਾ, ਉਹਦੇ ਨਕਸ਼ੇ ਦੀਆਂ ਜਿਹੜੀਆਂ ਕਾਪੀਆਂ ਬਣ ਰਹੀਆਂ ਮੰਨ ਲਓ 10 ਜਾਂ 12 ਕਾਪੀਆਂ ਤਿਆਰ ਹੋ ਗਈਆਂ। ਜਿਵੇਂ ਮਸਾਵੀ ਹੁੰਦੀ ਆਪਾਂ ਇਹ ਗੱਲ ਕਰ ਲਈ, ਮਸਾਵੀ ਦੇ 10-12 ਕਾਪੀਆਂ ਤਿਆਰ ਹੋ ਗਈਆਂ। 10-12 ਕਾਪੀਆਂ ਤਿਆਰ ਹੋਣ ਤੋਂ ਬਾਅਦ ਫਿਰ ਉਹਦੇ ਉੱਪਰ ਇੱਕ ਇੰਡੈਕਸ ਲੱਗ ਜਾਂਦਾ ਹੈ ਤਾਂ ਕਿ ਜੇ ਕੋਈ ਤੁਸੀਂ ਪਹੁੰਚਣਾ ਹੋਵੇ, ਕਿਸੇ ਮਰਬੇ ਦੇ ਉੱਪਰ ਪਹੁੰਚਣਾ ਹੋਵੇ ਤਾਂ ਇੰਡੈਕਸ ਨੂੰ ਦੇਖ ਕੇ ਹੀ ਤੁਸੀਂ ਉੱਥੇ ਪਹੁੰਚ ਸਕਦੇ ਹੋ। ਜਿਹੜਾ ਇੰਡੈਕਸ ਬਣਦਾ ਹੈ ਇਹਦਾ ਜਿਹੜੀ ਸਕੇਲ ਹੁੰਦੀ ਹੈ ਫਿਰ ਹੋਰ ਵੱਡੀ ਹੋ ਜਾਂਦੀ ਹੈ। 240 ਕਦਮ ਦੇ ਕਰੀਬ ਦੱਸੀ ਗਈ ਹੈ ਵੀ 4 ਇੰਚਜ਼ ਟੂ ਏ ਮਾਈਲ, 1 ਮਾਈਲ ਨੂੰ 4 ਇੰਚਜ਼ 4 ਇੰਚਜ਼ ਟੂ ਏ ਮਾਈਲ, 4 ਇੰਚਾਂ ਜੇ ਹੁਣ ਤਾਂ 1 ਮਾਈਲ ਨੂੰ ਸ਼ੋਅ ਕਰਦੀਆਂ ਹੁੰਦੀਆਂ ਨੇ। ਮਤਲਬ ਇੰਡੈਕਸ
ਵੱਡੀ ਸਕੇਲ ਤੇ ਇੰਡੈਕਸ ਲੱਗ ਜਾਂਦਾ, ਜਿਵੇਂ ਆਪਣੀਆਂ ਸਾਬੀਆਂ ਦੇ ਉੱਪਰ ਇੰਡੈਕਸ ਲੱਗਿਆ ਹੋਇਆ। ਇੰਡੈਕਸ ਦੇਖ ਕੇ ਹੀ ਸਾਰੇ ਤੁਹਾਨੂੰ ਪਿੰਡ ਦੀ ਜਿਹੜੀ ਸ਼ਕਲ ਹੈ ਉਹ ਸਮਝ ਆ ਜਾਂਦੀ ਹੈ। ਅਦਰਵਾਈਜ਼ ਤੁਸੀਂ 10 ਜਮਾ 10 ਜਿਹੜੀਆਂ 10 ਪੇਪਰ ਖੋਲੋਗੇ, ਨਕਸ਼ੇ 10 ਖੋਲੋਗੇ, 10 ਨਕਸ਼ੇ ਖੋਲ ਕੇ ਫਿਰ ਤੁਸੀਂ ਦੇਖੋਗੇ ਪਿੰਡ ਕਿੰਨਾ ਕੁ ਵੱਡਾ ਹੈਗਾ, ਕਿੰਨਾ ਛੋਟਾ ਹੈਗਾ। ਠੀਕ ਹੈ, ਪਰ ਮੈਪ ਦੇ ਅਕੋਰਡਿੰਗ ਤੁਸੀਂ ਮੈਪ ਨੂੰ ਖੋਲ ਕੇ ਹੀ ਤੁਹਾਨੂੰ ਪਤਾ ਲੱਗਦਾ ਪਿੰਡ ਦੀ ਕੀ ਸ਼ੇਪ ਹੈਗੀ ਹੈ, ਕਿੰਨੇ ਮਰਬੇ ਹੈਗੇ ਨੇ, ਕਿੰਨਾ ਕੀ ਕੁਛ ਹੈਗਾ, ਕਿੰਨੀਆਂ ਕਿ ਨਹਿਰਾਂ ਲੰਘਦੀਆਂ ਨੇ, ਕਈ ਸੜਕਾਂ ਲੰਘਦੀਆਂ ਨੇ, ਕੀ ਕੁਛ ਹੈਗਾ, ਇਹ ਸਾਰਾ ਤੁਹਾਨੂੰ ਇਕੱਲਾ ਇੰਡੈਕਸ ਦੇ ਕੇ ਹੀ ਪਤਾ ਚੱਲ ਜਾਂਦਾ ਹੈ। ਫਿਰ ਕਿਹਾ ਗਿਆ ਵੀ ਕਾਪੀਜ਼ ਆਫ ਦਾ ਵਿਲੇਜ ਮੈਪ ਰਿਕੁਆਇਰਡ, ਕਿੰਨੇ ਕਾਪੀਆਂ ਬਣਦੀਆਂ ਨੇ ਨਕਸ਼ੇ ਦੀਆਂ। ਇੱਕ ਤਾਂ ਕਾਪੀ ਤਹਿਸੀਲ ਲਈ ਬਣਦੀ ਹੈ, ਇੱਕ ਕਾਪੀ, ਇਹ ਵੀ ਕੁਐਸਚਨ ਕਈ ਵਾਰੀ ਪੇਪਰ 'ਚ ਆ ਜਾਂਦਾ ਤੁਹਾਨੂੰ, ਕਾਪੀਜ਼ ਆਫ ਦਾ ਵਿਲੇਜ ਮੈਪ ਜਦੋਂ ਰਿਕੁਆਇਰਡ, ਜਦੋਂ ਸੈਟਲਮੈਂਟ ਹੁੰਦੀ ਹੈ ਤਾਂ ਕਿੰਨੀਆਂ ਕਿੰਨੀਆਂ ਕਾਪੀਆਂ ਬਣਾਈਆਂ ਜਾਂਦੀਆਂ ਨੇ। ਇਹ ਕਿਹਾ ਗਿਆ ਆਫ ਦਾ ਵਿਲੇਜ ਮੈਪਸ 2 ਔਰ ਇਫ ਨੈਸੈਸਰੀ 3 ਕਾਪੀਜ਼ ਵਿਲ ਬੀ ਮੇਡ। ਕਿਵੇਂ ਕਿਵੇਂ? ਇੱਕ ਦਾ ਕਾਪੀ ਬਣਦੀ ਹੈ ਤਹਿਸੀਲ ਦੇ ਲਈ, ਦੂਜੀ ਕਾਪੀ ਬਣਦੀ ਹੈ ਪਟਵਾਰੀ ਹਲਕਾ ਗਿਰਦਾਵਰੀ ਵਾਸਤੇ, ਤੀਜੀ ਕਾਪੀ ਬਣਦੀ ਹੈ ਫਾਰ ਦਾ ਅਦਰ ਡਿਪਾਰਟਮੈਂਟਸ ਇਫ ਨੈਸੈਸਰੀ। ਠੀਕ ਹੈ ਜੀ, 3 ਕਾਪੀਆਂ ਬਣਾਈ ਗਈਆਂ ਨੇ। ਤਹਿਸੀਲ ਫੇਅਰ ਕਾਪੀ ਸ਼ੁੱਡ ਬੀ ਮੇਡ ਔਨ ਦਾ ਕੰਟਰੀ ਮੈਪਿੰਗ ਸ਼ੀਟ। ਜਿਹੜੀ ਤਹਿਸੀਲ ਦੀ ਕਾਪੀ ਬਣਦੀ ਹੈ, ਕੰਟਰੀ ਮੈਪਿੰਗ ਸ਼ੀਟ ਕੋਈ ਵਧੀਆ ਕੁਆਲਿਟੀ ਦਾ ਜਿਹੜੀ ਸ਼ੀਟ ਹੁੰਦੀ ਹੈ ਉਹਦੇ ਉੱਪਰ ਬਣਦੀ ਹੈ, ਪਟਵਾਰੀ ਵਾਲੀ ਕਾਪੀ ਲੱਠੇ ਉੱਪਰ ਬਣਦੀ ਹੈ। ਠੀਕ ਹੈ ਜੀ, ਤਾਂ ਕਾਪੀਜ਼ ਮੇਡ ਫਾਰ ਦਾ ਅਦਰ ਡਿਪਾਰਟਮੈਂਟ ਵਿਲ ਬੀ ਮੇਡ ਔਨ ਦਾ ਮਟੀਰੀਅਲ ਡਿਜ਼ਾਇਰਡ ਬਾਈ ਦਾ ਡਿਪਾਰਟਮੈਂਟ। ਜਿਹੜੇ ਕਿਸੇ ਹੋਰ ਡਿਪਾਰਟਮੈਂਟ ਨੂੰ ਚਾਹੀਦੀ ਕਾਪੀ, ਤਾਂ ਜਿਸ ਮਟੀਰੀਅਲ ਦੀ ਕਹਿੰਦੇ ਆ ਉਹ ਉਸ ਮਟੀਰੀਅਲ ਦੀ ਬਣਾਈ ਜਾਂਦੀ ਹੈ। ਨੈਕਸਟ ਹੈਡ ਆ ਗਿਆ ਸਾਡੇ ਕੋਲ ਕੰਪੈਰੀਜ਼ਨ ਆਫ ਵਿਲੇਜ ਮੈਪਸ ਵਿਦ ਸਰਵੇ ਡਾਟਾ। ਜਿਹੜਾ ਅਸੀਂ ਨਕਸ਼ਾ ਤਿਆਰ ਕਰ ਰਹੇ ਹਾਂ, ਜਿਹੜਾ ਡਾਟਾ ਅਸੀਂ ਤਿਆਰ ਕਰ ਰਹੇ ਹਾਂ ਮਿਣਤੀ ਕਰਕੇ, ਤੇ ਇਹ ਡਾਟੇ ਨੂੰ ਜਿਹੜਾ ਹੈਗਾ ਸਰਵੇ ਆਫ ਇੰਡੀਆ ਵੱਲੋਂ ਜਿਹੜਾ ਕੋਈ ਡਾਟਾ ਦਿੱਤਾ ਗਿਆ ਹੁੰਦਾ ਪਹਿਲਾਂ ਡਿਸਟ੍ਰਿਕਟ ਹੈਡਕੁਆਟਰ ਤੇ, ਉਹਦੇ ਨਾਲ ਕੀ ਹੈਗਾ ਉਹਦਾ ਕੰਪੇਅਰ ਵੀ ਕਰਨਾ ਹੁੰਦਾ ਹੈ। ਕਿ ਕਿਸ ਚੀਜ਼ ਦਾ ਕੰਪੇਅਰ ਹੁੰਦਾ ਹੈ? ਆਮ ਤੌਰ ਤੇ ਜਿਹੜਾ ਕੰਪੇਅਰ ਹੁੰਦਾ ਇਹ ਜਿਹੜੇ ਸਾਡੇ ਟ੍ਰਾਂਜੈਕਸ਼ਨ ਪਿੱਲਰ ਲੱਗੇ ਹੋਏ ਹੁੰਦੇ ਨੇ, ਇੱਕ ਪਿੱਲਰ ਤੋਂ ਦੂਜੇ ਪਿੱਲਰ ਦੀ ਜਿਹੜੀ ਡਿਸਟੈਂਸ ਹੁੰਦੀ ਹੈ ਉਹ ਕਿੰਨੀ ਹੈ। ਠੀਕ ਹੈ, ਇਹ ਸਾਨੂੰ ਜਿਹੜਾ ਨਕਸ਼ਾ ਸਪਲਾਈ ਕੀਤਾ ਗਿਆ ਹੁੰਦਾ ਸਰਵੇ ਆਫ ਇੰਡੀਆ ਦੇ ਡਿਪਾਰਟਮੈਂਟ ਵੱਲੋਂ। ਪਰ ਜਦੋਂ ਹੁਣ ਅਸੀਂ ਮਿਣਤੀ ਕਰਦੇ ਹਾਂ ਤਾਂ ਫਿਰ ਅਸੀਂ ਵੀ ਮੌਕੇ ਤੇ ਜਰੀਬ ਦੇ ਨਾਲ ਇਹਦੀ ਪੇਮਾਇਸ਼ ਕਰਦੇ ਹਾਂ। ਕਾਕਾਜ਼ ਐਂਡ ਕੰਪੈਰੀਜ਼ਨਸ ਆਫ ਦਾ ਪਟਵਾਰੀ ਮੇਜਰਮੈਂਟ ਵਿਦ ਦਾ ਡਾਟਾ ਆਫ ਸਪਲਾਈਡ ਬਾਈ ਦਾ ਸਰਵੇ ਡਿਪਾਰਟਮੈਂਟ। ਇਹ ਕੰਪੇਅਰ ਕੀਤਾ ਜਾਂਦਾ ਹੈ। ਕੰਪੈਰੀਜ਼ਨ ਆਫ ਦਾ ਡਿਸਟੈਂਸਸ ਬਿਟਵੀਨ ਦਾ ਟ੍ਰਾਂਜੈਕਸ਼ਨ ਪਿੱਲਰ ਪੁਆਇੰਟਸ, ਇੱਕ ਪਿੱਲਰ ਤੋਂ ਦੂਜੇ ਪਿੱਲਰ ਦੀ ਕਿੰਨੀ ਜਿਹੜੀ ਹੈਗੀ ਹੈ ਡਿਸਟੈਂਸ ਹੈਗੀ ਹੈ, ਇਹ ਦੇਖੀ ਜਾਂਦੀ ਹੈ। ਇੱਕ ਸਕੁਅਰ ਸਿਸਟਮ ਵੀ ਹੁੰਦਾ ਹੈ। ਸਕੁਅਰ ਸਿਸਟਮ ਕਿਹਨੂੰ ਕਿਹਾ ਜਾਂਦਾ ਹੈ? ਸਕੁਅਰ ਸਿਸਟਮ ਜਦੋਂ ਇੱਕ ਪਿੱਲਰ ਤੋਂ ਦੂਜੇ ਪਿੱਲਰ ਦੀ ਜਿਹੜੀ ਡਿਸਟੈਂਸ ਹੈਗੀ ਹੈ, दिखेगी ले लो, दिखेगा है। ठीक है, तो ਸਕੇਅਰ ਸਿਸਟਮ ਬਣਾਇਆ ਜਾਂਦਾ, ਜਾਨੀ ਕਿ ਇਹ ਦੇਖੋ ਮੇਰੀ ਨਜ਼ਰ ਆ ਰਹੀ ਜੀ, ਮੇਰੇ ਕੋਲ ਜਿਹੜੀ ਨਜ਼ਰ ਆ ਰਿਹਾ ਜੀ, ਮੰਨ ਲਓ ਇਹ ਪਿੰਡ ਦੀ ਬਾਉਂਡਰੀ ਹੈ, ਇਹ ਬਾਉਂਡਰੀ ਦੇ ਇੱਕ ਪਿੱਲਰ ਇੱਥੇ ਲੱਗਿਆ ਹੋਇਆ ਹੈ ਟ੍ਰਾਂਜੈਕਸ਼ਨ ਪਿੱਲਰ, ਤੇ ਦੂਜਾ ਟ੍ਰਾਂਜੈਕਸ਼ਨ ਪਿੱਲਰ ਇੱਥੇ ਲੱਗਿਆ ਹੋਇਆ ਹੈਗਾ। ਠੀਕ ਹੈ, ਇਹਦੇ ਲਈ ਇੱਕ ਥੋੜਾ ਜਿਹਾ ਸਕੀਮ ਅਡਾਪਟ ਕੀਤੀ ਜਾਂਦੀ ਹੈ ਵੀ ਇਹਦੇ ਉੱਪਰ ਵੀ ਇੱਕ ਸਕੇਅਰ ਬਣਾਇਆ ਜਾਂਦਾ ਹੈ, ਤੇ ਜਿਹੜੀ ਆਹ ਸਾਈਡ ਹੈਗੀ ਹੈ ਇਹਨੂੰ ਨੀਚੇ ਵਧਾਇਆ ਜਾਂਦਾ ਹੈ ਲੱਠੇ ਵਾਲੇ ਪਾਸੇ ਵੱਲ ਨੂੰ, ਤੇ ਇਹ ਵਾਲੀ ਜਿਹੜੀ ਸਾਈਡ ਹੈ ਇਹਨੂੰ ਵੀ ਅੱਗੇ ਵਧਾਇਆ ਜਾਂਦਾ ਹੈ 90 ਡਿਗਰੀ ਦੇ ਐਂਗਲ ਤੇ। ਫਿਰ ਇਹਦੇ ਉੱਪਰ ਸਕੇਅਰ ਬਣਾਇਆ ਜਾਂਦਾ ਹੈ ਕਿ ਇਹਦੇ ਉੱਪਰ ਸਕੇਅਰ ਬਣਾਇਆ ਜਾਂਦਾ ਹੈ। ਇਹ ਸਕੇਅਰਾਂ ਦੇ ਵਿੱਚ ਜਿਹੜੀ ਕੀ ਹੈਗੀ ਹੈ ਜਿਹੜੀ ਪੇਮਾਇਸ਼ ਕਰ ਦਿੱਤੀ ਜਾਂਦੀ ਹੈ। ਫਿਰ ਇਹਦੇ ਜਿਹੜੇ ਡਿਸਟੈਂਸਸ ਨੇ, ਠੀਕ ਹੈ, ਇਹ ਡਿਸਟੈਂਸਸ ਬਣਾ ਕੇ ਜਿਹੜੇ ਹੈਗੇ ਨੇ ਇਹ ਸਰਵੇ ਆਫ ਇੰਡੀਆ ਦਾ ਇੱਕ ਡਿਟੇਲ ਬਣਦੀ ਹੈ। ਉਹਦਾ ਆਹ 10 11 12 ਕਾਲਮ ਹੁੰਦੇ ਨੇ, ਕੰਪੈਰੀਜ਼ਨ ਕੀਤਾ ਜਾਂਦਾ ਹੈ ਪੰਜਾਬ ਸੈਟਲਮੈਂਟ ਮੈਨੂਅਲ, ਕੰਪੈਰੀਜ਼ਨ ਆਫ ਦਾ ਡਿਸਟੈਂਸਸ। ਇਹਦੇ ਇੰਡੈਕਸ, ਇਹਦੇ ਕਾਲਮ ਹੁੰਦੇ ਆ ਇੱਕ, ਇਹ ਜਾਣੀ ਕਿ ਨਕਸ਼ਾ ਬਣਾਇਆ ਜਾਂਦਾ ਹੈ। ਕਾਲਮ ਨੰਬਰ 1 2 3 4 5 6 1 ਤੋਂ ਲੈ ਕੇ 12 ਤੱਕ ਕਾਲਮ ਹੁੰਦੇ ਆ। ਪਹਿਲੇ 7 ਕਾਲਮ ਜਿਹੜੇ ਹੈਗੇ ਪਟਵਾਰੀ ਹਲਕਾ ਵੱਲੋਂ ਮੌਕੇ ਤੇ ਭਰੇ ਜਾਂਦੇ ਨੇ। ਪਹਿਲੇ ਕਾਲਮ 'ਚ ਕੀ ਹੁੰਦਾ? ਹੱਦਬਸਤ ਨੰਬਰ ਹੁੰਦਾ ਪਿੰਡ ਦਾ, ਤੇ ਫਿਰ ਦੂਜੇ ਕਾਲਮ ਪਿੰਡ ਦਾ ਨਾਮ ਹੁੰਦਾ। ਤੀਜੀ ਕਾਲਮ ਦੇ ਵਿੱਚ ਜਿਹੜਾ ਗੁਆਂਢੀ ਪਿੰਡ ਦਾ ਜਿਹੜਾ ਅਸੀਂ ਧੋਖਾ ਠੱਡਾ ਜਿਹਦੀ ਡਿਸਟੈਂਸ ਅਸੀਂ ਦੇਖਣੀ ਹੈ, ਠੀਕ ਹੈ, ਉਹ ਧੋਖੇ ਠੱਡੇ ਦਾ ਨਾਮ ਲਿਖਿਆ ਜਾਂਦਾ, ਪਿੰਡ ਦਾ ਨਾਮ ਲਿਖਿਆ ਜਾਂਦਾ, ਅਗਲੇ ਪਿੰਡ ਕਿਹੜੇ ਪਿੰਡ ਦੇ ਨਾਲ ਮੈਚ ਇਹ ਜਿਹੜਾ ਧੋਖਾ ਠੱਡਾ ਲੱਗਦਾ ਹੈਗਾ। ਫਿਰ ਮੰਨ ਲਓ ਇੱਕ ਧੋਖਾ ਠੱਡਾ ਤੇ ਦੂਜਾ ਧੋਖਾ ਠੱਡੇ ਦੇ ਜਿਹੜਾ ਡਿਫਰੈਂਸ ਹੈ ਦੋਨਾਂ ਦਾ, ਟ੍ਰਾਂਜੈਕਸ਼ਨ ਨੰਬਰ, ਇਹਨਾਂ ਨੂੰ ਨੰਬਰਿੰਗ ਦਿੱਤੀ ਜਾਂਦੀ ਹੈ ਪਿੰਡ ਦੇ ਚਾਰੇ ਪਾਸੇ। ਮੰਨ ਲਓ ਤੁਹਾਡੇ
ਜਿਹੜੇ ਹੈਗੇ ਨੇ 7008 ਤੋਖੇ ਛੱਡੇ ਲੱਗੇ ਹੋਏ ਨੇ ਪਿੰਡ ਦੇ ਚਾਰੇ ਪਾਸੇ। ਫਿਰ ਇੱਕ ਤੋਖੇ ਛੱਡੇ ਤੋਂ ਲੈ ਕੇ ਦੂਜੇ ਦੋ ਨੰਬਰ ਤੋਖੇ ਛੱਡੇ ਦੇ ਵਿਚਕਾਰ ਆਪਸ 'ਚ ਕੀ ਡਿਫਰੈਂਸ ਹੈਗਾ, ਇਹ ਦਰਜ ਕੀਤਾ ਜਾਂਦਾ 5 ਔਰ 6 ਕਾਲਮ ਦੇ ਵਿੱਚ। ਜਿਹੜੇ ਤੁਸੀਂ ਸਕੇਅਰ ਬਣਾਏ ਨੇ, ਉਹਨਾਂ ਦੀ ਜਿਹੜੀ ਲੈਂਥ ਹੈ ਉਹ ਲਿਖੀ ਜਾਂਦੀ ਹੈ। ਬੇਸ ਆਫ ਦਾ ਰਾਈਟ ਐਂਗਲ ਟ੍ਰਾਇੰਗਲ, ਤੇ ਦੂਜੇ ਪਾਸੇ ਨਾਲ ਹੀ ਉਹਦਾ ਜਿਹੜਾ ਹੈਗਾ ਪਰਪੈਂਡੀਕੂਲਰ ਆਫ ਦਾ ਰਾਈਟ ਐਂਗਲ ਟ੍ਰਾਇੰਗਲ। ਜਿਹੜੀਆਂ ਰਾਈਟ ਐਂਗਲ ਟ੍ਰਾਇੰਗਲ ਬਣਾਈਆਂ ਨੇ ਆਪਾਂ, ਉਹਦਾ ਇੱਕ 'ਚ ਬੇਸ ਲਿਖਿਆ ਜਾਂਦਾ ਕਿੰਨਾ ਬਣਿਆ, ਤੇ ਦੂਜੇ 'ਚ ਜਿਹੜੀ ਪਰਪੈਂਡੀਕੂਲਰ ਬਣਿਆ ਉਹ ਲਿਖਿਆ ਜਾਂਦਾ ਹੈ। ਤੇ ਫਿਰ ਅੱਗੇ ਹੈਗਾ ਡਾਇਰੈਕਟ ਡਿਸਟੈਂਸਸ ਇਨ ਕਰਮਸ, ਮੇਜਰਮੈਂਟ ਕਰਕੇ ਦੋਨਾਂ ਨੂੰ ਜੋੜ ਕੇ, ਪਰਪੈਂਡੀਕੂਲਰ ਤੇ ਬੇਸ ਨੂੰ ਜੋੜ ਕੇ ਦੋਹਾਂ ਨੂੰ ਜਿਹੜਾ ਹੈਗਾ, ਉਸ ਤੋਂ ਬਾਅਦ ਦੋਹਾਂ ਦਾ ਜਿਹੜਾ ਅੰਡਰ ਰੂਟ ਹੁੰਦਾ ਹੈ ਉਹ ਅੰਡਰ ਰੂਟ ਕੱਢ ਕੇ ਇਹ 7 ਨੰਬਰ ਕਾਲਮ 'ਚ ਲਿਖਿਆ ਜਾਂਦਾ ਹੈ। ਪਰਪੈਂਡੀਕੂਲਰ ਨੂੰ ਤੇ ਬੇਸ ਨੂੰ, ਬੇਸ ਦਾ ਸਕੇਅਰ ਕੀਤਾ ਜਾਂਦਾ ਹੈ, ਪਰਪੈਂਡੀਕੂਲਰ ਸਕੇਅਰ ਕੀਤਾ ਜਾਂਦਾ ਹੈ। ਹਾਈਪੋਥੀਟੀਕਲ ਜਿਹੜਾ ਹੈਗਾ ਸਿਸਟਮ ਅਪਲਾਈ ਕਰਕੇ, ਤੇ ਜਿਹੜਾ ਫਿਰ ਉਸ ਤੋਂ ਬਾਅਦ ਜਿਹੜਾ ਦੋਹਾਂ ਦਾ ਆ ਗਿਆ ਅੰਡਰ ਰੂਟ ਆ ਗਿਆ, ਉਹ ਇੱਥੇ ਦਰਜ ਕੀਤਾ ਜਾਂਦਾ ਹੈ। ਤੇ ਇਹ ਜਿਹੜੇ 8, 9 ਤੇ 10, 11, 12 ਕਾਲਮ ਹੁੰਦੇ ਨੇ, ਇਹ ਤੁਹਾਡੇ ਕੋਲ ਸਰਵੇ ਆਫ ਇੰਡੀਆ ਵੱਲੋਂ ਦਿੱਤੇ ਗਏ ਹੁੰਦੇ ਨੇ। ਮੰਨ ਲਓ ਜਿਹੜਾ ਇਹ ਤੁਹਾਡਾ ਕਾਲਮ ਨੰਬਰ 771 ਆ ਗਿਆ, ਸਰਵੇ ਆਫ ਇੰਡੀਆ ਨੇ ਦਿੱਤਾ ਹੈ, ਤੁਹਾਨੂੰ 9 ਨੰਬਰ 'ਚ ਕਾਲਮ 770 ਆ ਗਈ, ਡਿਫਰੈਂਸ ਦਿੱਤੀ ਵੀ ਆਲਰੇਡੀ। ਤੁਹਾਡੇ ਕੋਲ ਡਿਫਰੈਂਸ ਕਿੰਨਾ ਆ ਗਿਆ, 1 ਦਾ ਆ ਗਿਆ, ਇੱਕ ਯਾਨੀ ਕਿ +1 ਵੱਧ ਗਈ, ਇਹ 10 ਨੰਬਰ ਕਾਲਮ ਦੇ ਵਿੱਚ ਆ ਜਾਂਦਾ ਹੈ। ਇੱਦਾਂ ਕਰਕੇ ਇਹ ਜਿਹੜਾ ਕੰਪੈਰੀਜ਼ਨ ਦਾ ਜਿਹੜਾ ਇੱਕ ਡਿਟੇਲ ਬਣਦੀ ਹੈ, ਜਿਹੜੀ ਕਿ ਜਿਸ ਤੋਂ ਤੁਹਾਨੂੰ ਇਹ ਪਤਾ ਚੱਲ ਜਾਂਦਾ ਸਾਰੇ ਪਿੰਡ ਦੇ ਜਿਹੜੇ ਤੋਖੇ ਠੱਡੇ ਵਗੈਰਾ ਹੈਗੇ ਨੇ, ਵੀ ਇਹਨਾਂ ਦੇ ਵਿੱਚ ਕਿਸੇ ਨੇ ਕੋਈ ਤੋੜ ਭੰਨ ਤਾਂ ਨਹੀਂ ਕੀਤੀ, ਜਾਂ ਕੋਈ ਜ਼ਿਆਦਾ ਡਿਫਰੈਂਸਿਸ ਤਾਂ ਨਹੀਂ ਕ੍ਰੀਏਟ ਹੋਈਆਂ, ਜਾਂ ਕੋਈ ਤੋਖੇ ਠੱਡੇ ਕਿਸੇ ਨੇ ਹਿਲਾਏ ਤਾਂ ਨਹੀਂ ਹੈਗੇ। ਤੇ ਇਹ ਚੈੱਕ ਕਰਨ ਦੀ ਖਾਤਰ ਬਣਾਇਆ ਜਾਂਦਾ ਹੈਗਾ। ਚੈੱਕ ਐਟ ਦਾ ਹੈੱਡਕੁਆਟਰ, ਜਿਹੜੀਆਂ ਇਹ ਡਿਸਟੈਂਸਿਸ ਹੁੰਦੀਆਂ ਨੇ ਸਾਰੀਆਂ, ਇਹ ਡਿਸਟ੍ਰਿਕਟ ਹੈੱਡਕੁਆਟਰ ਤੇ ਜਾ ਕੇ ਫਿਰ ਚੈੱਕ ਹੁੰਦਾ ਹੈ। ਪਟਵਾਰੀ ਹਲਕਾ ਵੱਲੋਂ ਬਣਾ ਕੇ ਭੇਜ ਦਿੱਤਾ ਸਾਰਾ ਡਿਟੇਲ, ਇਹ ਜਿਹੜੀ ਕਾਲਮ ਭਰ ਕੇ ਨਕਸ਼ਾ ਬਣਾ ਕੇ ਪਟਵਾਰੀ ਹਲਕਾ ਵੱਲੋਂ ਭੇਜਿਆ ਗਿਆ। ਤੇ ਫਿਰ ਜਿਹੜਾ ਇੰਪੀਰੀਅਲ ਸਰਵੇ ਡਿਪਾਰਟਮੈਂਟ ਹੁੰਦਾ ਹੈ, if the settlement officer has been furnished with traverse data, he will have entered in column 8 the distances between each pair of transaction pillar as are given in fit or in Guntar's chain। ਮਤਲਬ ਕਹਿਣ ਦਾ ਸਿੰਪਲ ਜੀ ਗੱਲ ਹੈਗੀ ਹੈ ਵੀ ਇਹ ਜਾ ਕੇ ਜਿਹੜਾ ਹੈੱਡਕੁਆਟਰ ਤੇ ਚੈੱਕ ਹੋ ਜਾਂਦਾ ਹੈ ਵੀ ਪਟਵਾਰੀ ਹਲਕਾ ਦੀ ਮੌਕੇ ਤੇ ਮਿਣਤੀ ਕੀ ਕਹਿੰਦੀ ਹੈ, ਤੇ ਜਿਹੜਾ ਸਰਵੇ ਆਫ ਇੰਡੀਆ ਦਾ ਰਿਕਾਰਡ ਕੀ ਕਹਿੰਦਾ ਹੈ, ਡਿਫਰੈਂਸ ਕਿੱਥੇ ਕਿੰਨਾ ਹੈਗਾ। ਜੇ ਮਾਈਨਰ ਡਿਫਰੈਂਸ ਹੈ ਉਹਨੂੰ ਇਗਨੋਰ ਕਰ ਦਿੱਤੇ ਜਾਂਦੇ ਆ, ਜੇਕਰ ਕਿਤੇ ਜ਼ਿਆਦਾ ਡਿਫਰੈਂਸ ਆਉਂਦਾ ਫਿਰ ਉਸਨੂੰ ਦੁਬਾਰਾ ਵੀ ਚੈੱਕ ਕੀਤਾ ਜਾ ਸਕਦਾ ਹੁੰਦਾ ਹੈ। ਰਜਿਸਟਰ ਐਟ ਦਾ ਹੈੱਡਕੁਆਟਰ ਤੇ ਕਿਹੜੇ ਰਜਿਸਟਰ ਰਹਿੰਦੇ ਨੇ, ਇੱਕ ਤਾਂ ਮੇਨ ਰਜਿਸਟਰ ਹੀ ਹੁੰਦਾ ਹੈ। ਰਜਿਸਟਰ ਆਫ ਥੀਸ ਕੰਪੈਰੀਜ਼ਨ ਸ਼ੁੱਡ ਬੀ ਮੇਨਟੇਨਡ ਬਾय ਦਾ ਸੈਟਲਮੈਂਟ ਆਫਿਸਰ, ਦਾ ਵਿਲੇਜ ਬੀਇੰਗ ਐਂਟਰਡ ਇਨ ਇਟ। ਸਾਰੇ ਪਿੰਡਾਂ ਦਾ ਜਿਹੜਾ ਰਿਕਾਰਡ ਹੈਗਾ, ਇਕੱਲੇ ਪਿੰਡ ਦਾ ਜਿਹੜਾ ਰਿਕਾਰਡ ਹੈਗਾ, ਇਹ ਡਿਫਰੈਂਸਿਸ ਦਾ, ਟ੍ਰਾਂਜੈਕਸ਼ਨ ਪਿਲਰਸ ਦਾ, ਇਹ ਆ ਕਿ ਡਿਸਟ੍ਰਿਕਟ ਹੈੱਡਕੁਆਟਰ ਤੇ ਰਹਿੰਦਾ ਹੈ। ਜਿਵੇਂ ਮਿਣਤੀ ਹੋਈ ਜਾਂਦੀ ਹੈ ਪਿੰਡਾਂ ਦੀ, ਪੂਰੇ ਪਿੰਡ ਦੀ ਮਿਣਤੀ ਹੋਣ ਤੋਂ ਬਾਅਦ ਇਹ ਤਿਆਰ ਹੁੰਦਾ ਸਾਰਾ, ਠੀਕ ਹੈ। ਸਾਰੇ ਪਿੰਡਾਂ ਦਾ ਰਿਕਾਰਡ ਹੈ, ਸਾਰੇ ਡਿਸਟ੍ਰਿਕਟ ਹੈੱਡਕੁਆਟਰ ਤੇ ਆ ਜਾਂਦਾ ਹੈ, ਤੇ ਸਾਰੇ ਪਿੰਡਾਂ ਦੀ ਫਿਰ ਜਿਹੜੀ ਹੈ ਇੱਕ ਟੀਮ ਹੈ ਜਿਹੜੀ ਉੱਥੇ ਚੈੱਕ ਕਰਦੀ ਰਹਿੰਦੀ ਹੈ। ਫਿਰ ਇਹ ਕਿਹਾ ਗਿਆ ਸਕੇਲ ਆਫ ਖਾਕਾ ਐਂਡ ਇੰਡੈਕਸ ਮੈਪ ਦੀ ਸਕੇਲ ਕੀ ਹੁੰਦੀ ਹੈ, ਉਹ ਸਕੇਲ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਿਹੜੀ 4 ਇੰਚ ਬਰਾਬਰ 1 ਮੀਲ ਦੇ ਮੁਤਾਬਕ, ਦੈਟ ਇਜ਼ 240 ਕਦਮਾਂ ਬਰਾਬਰ ਹੈ 5.5 ਫੁੱਟ ਦੇ ਮੁਤਾਬਕ ਜਿਹੜੀ ਸਕੇਲ ਹੈ, ਉਹਦੇ ਉੱਪਰ ਜਿਹੜੀ ਨਕਸ਼ਾ ਬਣਾਉਂਦੇ ਅਸੀਂ, ਨਕਸ਼ੇ ਬਣਾਉਣ ਤੋਂ ਬਾਅਦ ਜਿਹੜਾ ਇੰਡੈਕਸ ਲੱਗਦਾ ਉਹ ਇਸ ਸਾਈਜ਼ ਦੇ ਵਿੱਚ ਲੱਗ ਜਾਂਦਾ ਹੈ। ਪ੍ਰੋਸੀਜਰ ਪ੍ਰਸਕ੍ਰਾਈਬਡ, ਇਹ ਕਹਿੰਦਾ ਵੀ ਜਦੋਂ ਤੁਹਾਡੀ ਜਿਹੜੀ ਮਿਣਤੀ ਹੋ ਜਾਂਦੀ ਹੈ ਟ੍ਰਾਇੰਗੂਲਰ ਸਿਸਟਮ 'ਚ, ਜਿਹੜੀ ਤੁਹਾਡੀ ਮਿਣਤੀ ਹੋ ਜਾਂਦੀ ਹੈ, ਮਤਲਬ ਕਿ ਕਹਿਣ ਦਾ ਭਾਵ ਇਹੀ ਦੁਬਾਰਾ ਕਿਹਾ ਗਿਆ ਵੀ ਜਿਹੜਾ ਤੁਸੀਂ ਤੋਖੇ ਠੱਡਿਆਂ ਦੀ ਜਿਹੜੀ ਡਿਫਰੈਂਸਿਸ ਦੀ ਮਿਣਤੀ ਹੈ ਉਹਦਾ ਤੁਸੀਂ ਨਕਸ਼ਾ ਬਣਾ ਕੇ ਭੇਜੋਗੇ, ਠੀਕ ਹੈ। ਇਹ ਜਦੋਂ ਪਿੰਡ ਦੀ ਮਿਣਤੀ ਟੋਟਲ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਬਣਾ ਕੇ ਭੇਜਿਆ ਜਾਂਦਾ ਤੇ ਫਿਰ ਜਾ ਕੇ ਹੈੱਡਕੁਆਟਰ ਤੇ ਇਸ ਨੂੰ ਪੁਰਾਣੀ ਜਿਹੜੀ ਸਰਵੇ ਆਫ ਇੰਡੀਆ ਦੇ ਨਾਲ ਹੈ ਚੈੱਕ ਕੀਤਾ ਜਾਂਦਾ ਹੈ। ਉਹ ਰਿਪੀਟ ਹੋ ਰਿਹਾ ਬਾਰ-ਬਾਰ। ਰਿਪੋਰਟ ਐਂਡ ਰਜਿਸਟਰ ਪ੍ਰਸਕ੍ਰਾਈਬਡ where area of the village have been calculated by the imperial survey department, they should be communicated to the tahsildar, and when the measurement of the village have been completed, a copy of the patwari, the final index map should be sent to the settlement officer with this statement in the form ਜਦੋਂ ਪਟਵਾਰੀ ਵੱਲੋਂ ਸਾਰੀ ਮਿਣਤੀ ਹੋ ਗਈ
ਤਾਂ ਪਟਵਾਰੀ ਹਲਕਾ ਵੱਲੋਂ ਜਿਹੜੀ ਰਿਪੋਰਟ ਹੈ ਭੇਜ ਦਿੱਤੀ ਜਾਂਦੀ ਹੈ। ਕੰਪੈਰੀਜ਼ਨ ਆਫ ਦਾ ਏਰੀਆ, ਇਹਦੇ ਕਿਹੜੇ ਕਾਲਮ ਹੁੰਦੇ ਨੇ? 8 ਕਾਲਮ ਹੁੰਦੇ ਨੇ ਇਸ ਨਕਸ਼ੇ ਦੇ। ਮਿਣਤੀ ਹੋਣ ਤੋਂ ਬਾਅਦ ਜਿਹੜਾ ਭੇਜਿਆ ਜਾਂਦਾ ਹੈ, ਉਹ ਜਿਹੜਾ ਉੱਪਰ ਗੱਲ ਕਰ ਚੁੱਕੇ ਆ ਉਹ ਵੀ ਨਕਸ਼ਾ ਵੱਖਰੇ ਤੌਰ ਤੇ ਜਾਂਦਾ ਹੈ, ਤੇ ਵੱਖਰਾ ਤੇ ਇਹ ਨਕਸ਼ਾ ਵੀ ਜਾਂਦਾ ਹੈ। ਨੰਬਰ ਆਫ ਦਾ ਵਿਲੇਜ, ਯਾਨੀ ਕਿ ਹੱਦ ਵਸਤ ਨੰਬਰ ਦੀ ਗੱਲ ਕਰਦੇ 1 ਨੰਬਰ 'ਚ। 2 ਨੰਬਰ 'ਚ ਪਿੰਡ ਦੇ ਨਾਮ, ਪਿੰਡ ਦਾ ਨਾਮ। ਏਰੀਆ ਇਨ ਏਕੜਸ ਬਾਈ ਇੰਪੀਰੀਅਲ ਸਰਵੇ ਆਫ ਇੰਡੀਆ ਨੇ ਕੀ ਉਹਦੀ ਕਿੰਨੀ ਮਿਣਤੀ ਦੱਸੀ ਵੀ ਹੈ ਪਿੰਡ ਦੀ। ਬਾਈ ਪਟਵਾਰੀ ਮੇਜਰਮੈਂਟ, ਪਟਵਾਰੀ ਵੱਲੋਂ ਮੇਜਰਮੈਂਟ ਦੋ ਵਾਰ ਹੋਈ। ਇੱਕ ਤਾਂ ਪਹਿਲੀ ਮਿਣਤੀ ਜਿਹੜੀ ਹੋਈ ਵੀ ਹੈ ਲਾਸਟ ਸੈਟਲਮੈਂਟ ਦੇ ਵਿੱਚ ਕਿੰਨੀ ਮਿਣਤੀ ਸੀ ਪਿੰਡ ਦੀ ਸਾਰੇ ਰਕਬੇ ਦੀ, ਤੇ ਜਿਹੜਾ ਹੁਣ ਮਿਣਤੀ ਕੀਤੀ ਹੈ ਤਾਂ ਹੁਣ ਕਿੰਨੀ ਮਿਣਤੀ ਹੋਈ ਹੈ ਇਸ ਪਿੰਡ ਦੀ ਨਵੀਂ ਪਮੈਸ਼ ਕਰਨ ਤੋਂ ਬਾਅਦ ਕਿੰਨੀ ਮਿਣਤੀ ਹੈ। ਯਾਨੀ ਕਿ 3 ਤਰ੍ਹਾਂ ਦੀਆਂ ਮਿਣਤੀਆਂ ਹੋ ਗਈਆਂ, ਇੱਕ ਸਰਵੇ ਆਫ ਇੰਡੀਆ ਦੀ, ਦੂਜੀ ਪੁਰਾਣੀ ਸੈਟਲਮੈਂਟ ਜਿਹੜੀ 100 ਸਾਲ ਪਹਿਲਾਂ ਕਿਤੇ ਹੋਈ ਹੋਏਗੀ, ਤੇ ਹੁਣ ਨਵੀਂ ਜਿਹੜੀ ਮਿਣਤੀ ਹੋਈ ਹੈ ਉਹਦੀ ਮਿਣਤੀ ਪਮੈਸ਼। ਠੀਕ ਹੈ ਜੀ। ਫਿਰ ਡਿਫਰੈਂਸਸ ਬਿਟਵੀਨ ਦਾ ਕਾਲਮ ਨੰਬਰ 3 ਐਂਡ 5। 3 ਐਂਡ 5 ਮਤਲਬ ਪਹਿਲਾ 3 ਦੇ ਵਿੱਚ ਜਿਹੜਾ ਦਰਜ ਕੀਤਾ ਜਾਂਦਾ ਹੈ ਸਰਵੇ ਡਿਪਾਰਟਮੈਂਟ ਦਾ ਮੁਤਾਬਕ ਪਿੰਡ ਦਾ ਰਕਬਾ ਕਿੰਨਾ ਹੈਗਾ, ਤੇ 5 ਦੇ ਮੁਤਾਬਕ ਹੈਗਾ ਜਿਹੜੀ ਅਸੀਂ ਹੁਣ ਮਿਣਤੀ ਕੀਤੀ ਹੈ ਉਹਦੇ ਮੁਤਾਬਕ ਕਿੰਨਾ ਰਕਬਾ ਹੁੰਦਾ ਹੈ। ਫਿਰ ਕੀ ਹੈ ਪਰਸੈਂਟੇਜ ਪਲੱਸ ਔਰ ਮਾਈਨਸ, ਕਿੰਨੇ % ਕੋਈ ਕਮੀ ਆਈ ਹੈ ਜਾਂ ਬੇਸ਼ੀ ਆਈ ਹੈ ਉਹ ਦਰਜ ਕੀਤੀ ਜਾਂਦੀ ਹੈ। ਦੇਖੋ ਜੀ ਮਿਣਤੀ ਹੋ ਗਈ ਪਿੰਡ ਦੀ। ਮਿਣਤੀ ਹੋਣ ਤੋਂ ਬਾਅਦ ਕੀ ਹੋਏਗਾ? ਨਵੀਂ ਫੀਲਡ ਬੁੱਕ ਬਣ ਗਈ। ਨਵੀਂ ਫੀਲਡ ਬੁੱਕ ਦੇ ਮੁਤਾਬਕ ਕੀ ਹੋ ਗਿਆ? ਫਿਰ ਉਸ ਤੋਂ ਬਾਅਦ ਨਵੀਂ ਜਿਹੜੀ ਹੈਗੀ ਹੈ ਖਤੌਨੀ ਪਮੈਸ਼ ਬਣ ਜਾਂਦੀ ਹੈ। ਯਾਨੀ ਕਿ ਜਿਵੇਂ ਫੀਲਡ ਬੁੱਕ ਬਣੀ, ਨਵੀਆਂ ਖਤੌਨੀਆਂ, ਫਿਰ ਉਹਦੇ ਫੀਲਡ ਬੁੱਕ ਦੇ ਮੁਤਾਬਕ ਨਵੀਆਂ ਖਤੌਨੀਆਂ ਬਣ ਗਈਆਂ। ਨਵੀਆਂ ਖਤੌਨੀਆਂ ਬਣਨ ਤੋਂ ਬਾਅਦ ਹਰ ਇੱਕ ਮਾਲਕ ਨੂੰ ਜਿਹੜੀ ਖਤੌਨੀ ਭੇਜੀ ਜਾਂਦੀ ਹੈ, ਪਰਚਾ ਭੇਜਿਆ ਜਾਂਦਾ। ਜਿਵੇਂ ਕਿ ਨਹਿਰੀ ਪਟਵਾਰੀ ਵੱਲੋਂ ਪਹਿਲਾਂ ਕਿਸ ਮਾਲਕ ਦੇ ਨੇ ਕਿਹੜੇ ਨੰਬਰ ਖਾਸਰਾਂ ਨੂੰ ਪਾਣੀ ਲੱਗਿਆ ਸੀਗਾ ਤੇ ਕਿੰਨੀ ਉਹਦੀ ਰਕਮ ਬਣਦੀ ਹੈਗੀ ਹੈ, ਮਾਲਕ ਦਾ ਨਾਮ, ਕਾਸ਼ਤਕਾਰ ਦਾ ਨਾਮ ਲਿਖ ਕੇ ਭੇਜਿਆ ਜਾਂਦਾ ਸੀ ਨਾ, ਪਰਚੇ ਭੇਜੇ ਜਾਂਦੇ ਸੀਗੇ। ਇਸੇ ਤਰੀਕੇ ਪੂਰੇ ਪਿੰਡ ਦੀ ਮਿਣਤੀ ਹੋਣ ਤੋਂ ਬਾਅਦ ਪਿੰਡ ਦੇ ਮਾਲਕਾਂ ਨੂੰ ਜਿਹੜੀ ਹੈਗੀ ਹੈ ਖਤੌਨੀ ਦੀ ਜਿਹੜੀ ਹੈਗੀ ਇੱਕ ਕਾਪੀ ਦਿੱਤੀ ਜਾਂਦੀ ਹੈ। ਡਿਸਟ੍ਰੀਬਿਊਸ਼ਨ ਆਫ ਦਾ ਪਰਚਾ ਬੁੱਕ ਵੈਨ ਨਿਊ ਜਮਾਬੰਦੀ ਇਜ਼ ਪ੍ਰੀਪੇਅਰਡ। ਠੀਕ ਹੈ ਜੀ। ਨਵੀਂ ਜਮਾਬੰਦੀ ਖਤੌਨੀ ਪਮੈਸ਼ ਬਣ ਗਈ ਵੈਨ ਨਿਊ ਜਮਾਬੰਦੀ ਹੈਜ਼ ਬੀਨ ਪ੍ਰੀਪੇਅਰਡ based on the entries in the Khathonis and the new revenue of each holding has been entered in it. Patwari will give to each owner, ਚਾਹੇ ਓਨਰ ਹੋਵੇ ਚਾਹੇ ਮੌਰਗੇਜੀ ਹੋਵੇ, ਠੀਕ ਹੈ, ਚਾਹੇ ਕਬਜ਼ੇ ਵਿੱਚ ਹੋਵੇ, ਆਕੂਪੈਂਸੀ ਸਟੇਟ ਹੋਵੇ, ਜੋ ਵੀ ਹੈਗਾ, ਉਸ ਨੂੰ ਨਵੇਂ ਰਿਕਾਰਡ ਦੀ ਇੱਕ ਕਾਪੀ ਜਿਹੜੀ ਹੈ ਸਾਰਿਆਂ ਨੂੰ ਦਿੱਤੀ ਜਾਂਦੀ ਹੈ ਪਟਵਾਰੀ ਹਲਕਾ ਵੱਲੋਂ। ਨੈਕਸਟ ਜਿਹੜਾ ਹੈਗਾ ਅਪੈਂਡਿਕਸ ਨੰਬਰ 8। ਅਪੈਂਡਿਕਸ 8 ਜਿਹੜੀ ਹੈਗੀ ਹੈ ਸਾਡੀ ਰੈਲੀਵੈਂਟ ਹੈਗੀ ਹੈ ਸੈਟਲਮੈਂਟ ਮੈਨੂਅਲ ਦੇ ਪੈਰਾ 290 ਦੇ ਨਾਲ। ਡਾਕੂਮੈਂਟਸ ਇਨਕਲੂਡਿੰਗ ਇਨ ਸਟੈਂਡਿੰਗ ਰਿਕਾਰਡਸ। ਸਟੈਂਡਿੰਗ ਰਿਕਾਰਡ ਦਾ ਜਿਹੜਾ ਡਾਕੂਮੈਂਟ ਸਾਡੇ ਕਿਹੜੇ ਹੁੰਦੇ ਨੇ? ਜਿਹੜਾ ਸੱਜਰ ਨਸਬ ਹੈਗਾ, ਕੁਰਸੀਨਾਮਾ, ਜੀਨੋਲੋਜੀਕਲ ਟਰੀ ਵੀ ਕਹਿ ਦਿੰਦੇ ਇਸ ਨੂੰ, ਉਹਦਾ ਓਨਰਸ, ਠੀਕ ਹੈ ਜੀ, ਕੁਰਸੀਨਾਮਾ, ਸੱਜਰ ਨਸਬ, ਮਾਲਕਾਂ, ਇਹ ਇੱਕ ਜਿਹੜਾ ਸਟੈਂਡਿੰਗ ਰਿਕਾਰਡ ਦਾ ਇੱਕ ਪਾਰਟ ਹੈਗਾ ਸਟੇਟਮੈਂਟ। ਇਹ ਕਿਵੇਂ ਬਣਾਇਆ ਜਾਂਦਾ ਹੈ? ਤੁਹਾਨੂੰ ਸਾਰਿਆਂ ਨੂੰ ਦੇਖਿਆ ਹੈ ਵੈਸੇ, ਇਹ ਕੁਰੀਆਂ ਬਣੀਆਂ ਹੋਈਆਂ ਹੁੰਦੀਆਂ ਨੇ। ਆਮ ਤੌਰ ਤੇ 3 ਡਿਗਰੀ ਤੱਕ ਬਣਾਇਆ ਜਾਂਦਾ ਹੈ। ਕੰਸਰਨਿੰਗ ਦਾ ਪ੍ਰੀਵੀਅਸ ਹਿਸਟਰੀ ਆਫ ਦਾ ਵਿਲੇਜ, ਕੰਸਰਨਿੰਗ ਦਾ constitution of the region of the village, revenue, area of the holding, genealogical tree of the proprietors। ਪਿੰਡ ਦੇ ਮਾਲਕਾਂ ਦੀ ਜਿਹੜੀ ਸੂਚੀ ਬਣਦੀ ਹੈ, ਸੂਚੀ ਨਹੀਂ ਬਣਦੀ, ਕੁਰਸੀਨਾਮਾ ਬਣਦਾ ਹੈਗਾ। ਪਹਿਲਾਂ ਇਹ ਜਿਹੜਾ ਕੁਰਸੀਨਾਮਾ ਬਣਾਇਆ ਜਾਂਦਾ ਹੈ, ਇਹਦੇ ਮੂਹਰੇ ਇੱਕ ਲਿਸਟ ਬਣਦੀ ਹੈ। ਲਿਸਟ ਦੇ ਵਿੱਚ ਇੰਡੀਕੇਸ਼ਨ ਦਿੱਤੀ ਜਾਂਦੀ ਹੈ ਵੀ ਮਾਲਕ ਨੂੰ ਮਤਲਬ ਕਿ ਗੈਰ ਕਾਬਜ਼ ਹੋਵੇ ਉਹਨੂੰ ਸ਼ੋਅ ਕਿਵੇਂ ਕਰਨਾ ਹੈ, ਜੇ ਕੋਈ ਲੜਕੀ ਹੈ ਤਾਂ ਉਹਨੂੰ ਕਿਵੇਂ ਸ਼ੋਅ ਕਰਨਾ ਹੈ, ਕੋਈ ਲੇਡੀਜ਼ ਹੈ ਉਹਨੂੰ ਕਿਵੇਂ ਸ਼ੋਅ ਕਰਨਾ ਹੈ, ਕੋਈ ਨੰਬਰਦਾਰ ਹੈ ਉਹਦੇ ਚਾਰੇ ਪਾਸੇ ਦਾਇਰਾ ਗ੍ਰੀਨ ਕਲਰ ਦਿੱਤਾ ਜਾਂਦਾ ਹੈ। ਠੀਕ ਹੈ। ਬੁੱਕਸ ਤੁਹਾਡੇ ਕੋਲ ਹੈਗੀ ਕਿਸੇ ਕੋਲ ਇਸ ਵੇਲੇ ਜੀ? ਜਿਵੇਂ ਪਿੰਡ ਦਾ ਸਭ ਤੋਂ ਬਜ਼ੁਰਗ ਮਾਲਕ ਸੀ, ਜਿਹੜਾ ਬਜ਼ੁਰਗ ਸੀਗਾ, ਉਹਦੇ 2 ਮੁੰਡੇ ਹੋਏ, ਠੀਕ ਹੈ, ਉਹਨਾਂ ਦੇ ਨਾਮ ਦਰਜ ਕੀਤੇ ਜਾਣਗੇ। ਫਿਰ ਉਹਨਾਂ ਮੁੰਡੇ ਦੇ ਥੱਲੇ ਕਿਸੇ ਦੇ 4, ਕਿਸੇ ਦੇ 3, ਕਿਸੇ ਦੇ 3 ਵਾਰਸ ਇੱਦਾਂ ਹੈਗੇ, ਉਹ ਦਰਜ ਕੀਤੇ ਜਾਂਦੇ ਨੇ। ਸੱਜਰ ਨਸਬ should be drawn on one continuous sheet
ਤੁਸੀਂ ਪਿਛਲੇ ਦੇਖੇ ਹੋਣਗੇ ਇੱਕ ਕੰਟੀਨਿਊ ਸ਼ੀਟ ਚੱਲਦੀ ਸੀ, ਰੈਗੂਲਰ ਚੱਲਦੀ ਰਹਿੰਦੀ ਸੀ, ਉਹਦੇ ਮੁਤਾਬਕ ਹੀ ਜਿਹੜਾ ਕੁਰਸੀਨਾਮਾ ਬਣਦਾ ਸੀਗਾ। ਹੁਣ ਬੇਸ਼ੱਕ ਅਸੀਂ ਜਿਹੜੀਆਂ ਸ਼ੀਟਾਂ ਨੂੰ ਅਲੱਗ-ਅਲੱਗ ਤੌਰ ਤੇ ਬਣਾ ਲੈਣੇ, ਕੰਟੀਨਿਊ ਕਰ ਲੈਣੇ ਆ, ਠੀਕ ਹੈ। ਤੇ ਨਾਲ ਹੀ not on the separate leaves on the stone paper similar to that used। ਪਹਿਲਾਂ ਇਹ ਜਿਹੜਾ ਹੈਗਾ ਪੱਤੀ ਵਾਈਜ਼ ਬਣਦਾ ਹੈ। ਇੱਕ ਪੱਤੀ ਸ਼ੁਰੂ ਕੀਤੀ ਜਾਂਦੀ ਹੈ, ਇੱਕ ਪੱਤੀ ਦੇ ਮਾਲਕਾਂ ਦੇ ਨਾਮ ਜਿਹੜੇ ਹੈਗੇ ਨੇ, ਪਹਿਲਾਂ ਇੱਕ ਗੋਤ ਸ਼ੁਰੂ ਕੀਤਾ ਜਾਂਦਾ ਹੈ, ਫਿਰ ਅਗਲਾ ਗੋਤ ਸ਼ੁਰੂ ਕੀਤਾ ਜਾਂਦਾ ਹੈ, ਇੱਕ ਗੋਤ ਦੇ ਸਾਰੇ ਮਾਲਕਾਂ ਦੇ ਨਾਮ ਦਰਜ ਕਰਕੇ ਤੇ ਨਿਚਲੇ ਪਾਸੇ ਉਹਦੇ ਲਿਖਿਆ ਜਾਂਦਾ ਹੈਗਾ ਕਿਹੜੀ ਖਤੌਣੀ ਦੇ ਵਿੱਚ ਇਹ ਜਿਹੜੇ ਲੋਕ ਹੈਗੇ ਆ ਜਮ੍ਹਾਂ ਹੁੰਦੀ ਦੀ ਕਿਹੜੀ ਖਤੌਣੀ ਦੇ ਵਿੱਚ ਇਹ ਇਹਨਾਂ ਦੇ ਨਾਮ ਹੈਗੇ ਨੇ ਦਰਜ ਕੀਤੇ ਜਾਂਦੇ ਨੇ। ਫਿਰ ਦੂਜੇ ਗੋਤ ਨੂੰ ਸ਼ੁਰੂ ਕੀਤਾ ਜਾਂਦਾ, ਫਿਰ ਤੀਜਾ ਗੋਤ ਸ਼ੁਰੂ ਕੀਤਾ ਜਾਂਦਾ, ਚੌਥਾ ਗੋਤ ਸ਼ੁਰੂ ਕੀਤਾ ਜਾਂਦਾ, ਫਿਰ ਇਸਦੀ ਅਗਲੀ ਪੱਤੀ ਸ਼ੁਰੂ ਕੀਤੀ ਜਾਂਦੀ ਹੈ। ਅਗਲੀ ਪੱਤੀ ਦੇ ਬਾਅਦ ਫਿਰ ਮਾਲਕ ਕੌਮ ਵਾਈਜ਼ ਤੇ ਗੋਤ ਵਾਈਜ਼, ਪਹਿਲਾਂ ਇੱਕ ਕੌਮ ਦੇ ਲੋਕਾਂ ਦੇ ਨਾਮ ਦਰਜ ਕੀਤੇ ਜਾਂਦੇ ਨੇ, ਇੱਕ ਕੌਮ ਫਿਰ ਉਹਦੇ ਸਾਰੇ ਗੋਤ, ਫਿਰ ਦੂਜੀ ਕੌਮ, ਫਿਰ ਦੂਜੇ ਸਾਰੇ ਗੋਤ, ਫਿਰ ਤੀਜੀ ਕੌਮ, ਫਿਰ ਉਹਦੇ ਗੋਤ। ਮਤਲਬ ਇਸ ਤਰੀਕੇ ਨਾਲ ਜਿਹੜਾ ਹੈਗਾ ਕੁਰਸੀਨਾਮਾ ਤਿਆਰ ਕੀਤਾ ਜਾਂਦਾ ਹੈ। ਏਰੀਆ ਐਂਡ ਰੈਵਨਿਊ when holding are owned jointly by several owners। ਮਤਲਬ ਕਹਿੰਦਾ ਪਿਆ ਕੁਰਸੀਨਾਮੇ ਦੇ ਥੱਲੇ ਪਾਸੇ ਹੀ ਜਿਹੜੀ ਖਤੌਣੀ ਨੰਬਰ ਦਰਜ ਕਰ ਦਿੱਤੀ ਜਾਂਦੀ ਹੈ, ਖੇਡ ਖਤੌਣੀ ਨੰਬਰ ਕਿਸੇ ਮਾਲਕ ਦੀ, ਜਿੱਥੋਂ ਇਹ ਪਤਾ ਲੱਗ ਜਾਂਦਾ ਵੀ ਇਹ ਕਿਸੇ ਮਾਲਕ ਦਾ ਨਾਮ ਦੇਖ ਕੇ ਅਸੀਂ ਉਹਦੇ ਜਿਹੜੀ ਅਕਾਊਂਟ ਤੇ ਪਹੁੰਚ ਸਕਦੇ ਹਾਂ, ਖੇਡ ਖਤੌਣੀ ਤੇ ਪਹੁੰਚ ਸਕਦੇ ਹੁੰਦੇ ਹਾਂ। The statements, कुछ statements भी लिखे गए हैं, कुछ statements of the proprietors concerning each पत्ती और तरफ and concerning the whole village should be written briefly, and doubtful tale should be excluded। The statements of proprietors concerning the previous history of the village, ਪਿੰਡ ਦੀ history ਪੁਰਾਣੀ ਕੀ ਹੈ, ਇਹ ਪਿੰਡ ਕਿਵੇਂ ਵਸਿਆ, ਕਿਸ ਤਰ੍ਹਾਂ ਵਸਿਆ, ਕਿਸ ਬੰਦੇ ਨੇ, ਕੌਣ ਇਹਦਾ ਫਾਊਂਡਰ ਸੀਗਾ, should be arranged under the following heads। ਕੀ ਹੈ origin of the rights and the primary division of the land। ਲੋਕਾਂ ਦੇ ਜਿਹੜੇ ਪਿੰਡ ਦੇ ਲੋਕਾਂ ਦੇ ਜਿਹੜੇ ਹੈਗੇ ਨੇ ਰਾਈਟਸ ਕੀ ਨੇ, ਕਿਵੇਂ ਡਿਵੀਜ਼ਨ ਕੀਤੀ ਗਈ ਹੈ ਲੋਕਾਂ ਦੇ ਵਿਚਕਾਰ ਇਸ ਪਿੰਡ ਦੀ, ਫਾਊਂਡੇਸ਼ਨ ਆਫ ਦਾ ਵਿਲੇਜ, ਪਿੰਡ ਦਾ ਕਿਵੇਂ ਬੰਨਿਆ ਗਿਆ ਪਿੰਡ ਇਹ, ਐਂਡ ਹਾਊ ਨੇਮਡ, ਇਹਦਾ ਨਾਮ ਕਿਵੇਂ, ਪਿੰਡ ਦਾ ਨਾਮ ਕਿਵੇਂ ਦਿੱਤਾ ਗਿਆ, ਕਿ ਜਿਵੇਂ ਕਿਸੇ ਵਿਅਕਤੀ ਨੇ ਪਿੰਡ ਨੂੰ ਬੰਨਿਆ ਉਸ ਦੇ ਨਾਮ ਤੇ ਹੀ ਇਹ ਪਿੰਡ ਦਾ ਨਾਮ ਹੈ, ਜਾਂ ਕੋਈ ਹੋਰ ਰੀਜ਼ਨ ਹੈ ਪਿੰਡ ਦਾ ਨਾਮ ਕਿਸ ਕਾਰਨ ਬਣਾਇਆ ਗਿਆ ਹੈ, ਜੋ ਨਾਮ ਪਿੰਡ ਨੂੰ ਦਿੱਤਾ ਗਿਆ ਹੈ। ਮੈਥਡ ਆਫ ਕਲੈਕਸ਼ਨ ਆਫ ਦਾ ਰੈਵਨਿਊ, ਪਿੰਡ ਦੇ ਵਿੱਚ ਜਿਹੜਾ ਮਾਮਲਾ ਹੈਗਾ ਉਹ ਕਿਸ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ। ਫਾਰਮਰ ਗਵਰਨਮੈਂਟਸ ਐਂਡ ਅੰਡਰ ਦਾ ਬ੍ਰਿਟਿਸ਼ ਰੂਲ, ਪਹਿਲਾਂ ਤੇ ਬ੍ਰਿਟਿਸ਼ ਰੂਲ ਦੇ ਟਾਈਮ 'ਚ ਇਹਦੀ ਮਾਮਲੇ ਦੀ ਵਸੂਲੀ ਕਿਵੇਂ ਕੀਤੀ ਜਾਂਦੀ ਸੀ ਪਿੰਡ ਦੇ ਵਿੱਚ, ਜਿਵੇਂ ਕਿ ਵਾਜਬੁਲ ਅਰਜ਼ ਦੀ ਤਰ੍ਹਾਂ ਹੈਗਾ ਇਹ। ਦ ਨੇਮਸ ਆਫ ਦਾ ਪਰਸਨਸ ਹੂ ਹੈਵ ਲੈਫਟ ਨੋ ਮੇਲ ਇਸ਼ੂ, ਜਿਸ ਵਿਅਕਤੀ ਦੇ ਕੋਲੇ ਕੋਈ ਮੇਲ ਇਸ਼ੂ ਨਹੀਂ ਹੈਗਾ, ਐਂਡ ਆਫ ਦਾ ਵਿਡੋਜ਼ ਐਂਡ ਡਾਟਰਸ should not be entered except for some special reasons। should not be entered except for some special reasons, ਨਹੀਂ ਦਰਜ ਕੀਤੇ ਜਾਂਦੇ। under the names of the agnates, ਫਿਰ ਕੀ ਹੈਗਾ father and son, in case in which father and son both own land in separate holdings, enter the son's name in the ਰੈਡਿੰਗ ਦੇ ਨਾਲ। ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਵੀ ਜੇ ਕਿਤੇ ਮਾਲਕ ਪਿਓ ਵੀ ਜਾਂ ਦਾਦਾ ਜਿਉਂਦਾ ਹੋਵੇ ਤਾਂ ਜਿਹੜਾ ਮਾਲਕ ਹੈਗਾ ਮੁੰਡਾ ਦਾ ਨਾਮ ਜਿਹੜਾ ਹੈਗਾ ਲਾਸ਼ ਨਾਲ ਦਰਜ ਕਰ ਦਿੱਤਾ ਜਾਂਦਾ ਹੈਗਾ ਕੁਰਸੀਨਾਮੇ ਦੇ ਵਿੱਚ। lost is land, ਜੇ ਕਿਸੇ ਮਾਲਕ ਦਾ ਜਿਹੜਾ ਰਕਬਾ ਹੈਗਾ ਸ਼ਾਮਲਾਤ 'ਚ ਹਿੱਸਾ ਹੈਗਾ ਤਾਂ ਲਿਖਦਾ ਜਾਂਦਾ ਥੱਲੇ ਵੀ ਹਿੱਸਾ ਸ਼ਾਮਲਾਤ ਵੀ ਇਹਦਾ ਹੈਗਾ ਜਾਂ ਨਹੀਂ ਹੈਗਾ ਇਹ ਵੀ ਦਰਜ ਕਰ ਦਿੱਤਾ ਜਾਂਦਾ ਹੈ। If property is divided by the bells and a column showing the name of the bell before the area column, ਉਹ ਤਾਂ ਆਪਾਂ ਲਿਖਦੇ ਹਾਂ ਜਿਹੜਾ source of irrigation ਜਿਹੜੀ ਜਮ੍ਹਾਂਬੰਦੀ ਬਣਾਉਂਦੇ ਆ ਉੱਥੇ ਜਿੱਥੇ ਪਾਣੀ ਦੇ ਸਿੰਚਾਈ ਦੇ ਸਾਧਨ ਹੁੰਦੇ ਨੇ ਉੱਥੇ ਖੂਹਾਂ ਦੇ ਨਾਮ ਵੀ ਲਿਖਿਆ ਜਾਂਦਾ ਹੁੰਦਾ ਕਈ ਵਾਰ। ਅੱਗੇ ਹੈਗਾ an owner by purchaser should be entered on the left of the सब डिवीजन तरफ और पत्ती
ਪਤੀ ਦਾ ਨਾਮ, ਪਿੰਡ ਦਾ ਨਾਮ, whom he has purchased, and if the purchaser has no share in the ਸ਼ਾਮਲਾਤ, it should be stated। ਜਿਹੜਾ ਮਾਲਕ ਪਿੰਡ ਦੇ ਹੈਗੇ ਨੇ ਉਹਨਾਂ ਦਾ ਸ਼ਾਮਲ 'ਚ ਹਿੱਸਾ ਹੈਗਾ ਜਾਂ ਨਹੀਂ ਹੈਗਾ, ਇਹ ਵੀ ਦਰਸਾਇਆ ਜਾਂਦਾ ਹੈ ਨਾਲ ਦੀ ਨਾਲ। ਨੈਕਸਟ ਹੈਗਾ ਬੀ ਐਂਡ ਸੀ, ਜਮ੍ਹਾਂਬੰਦੀ ਐਂਡ ਲਿਸਟ ਆਫ ਦਾ ਰੈਵਨਿਊ ਅਸਾਈਨਮੈਂਟਸ। In Jamabandi, which forms part of the standing record, column number 7, field number should be divided into two columns, headed respectively present number and former number। ਯਾਨੀ ਕਿ ਜਿਵੇਂ ਆਪਣੀ ਉਹਦੇ ਵਿੱਚ ਦਰਜ ਕੀਤਾ ਜਾਂਦਾ ਹੈ ਮਿਸਲ ਕੀ ਦੇ ਵਿੱਚ, ਇਹਦੇ ਵਿੱਚ ਵੀ ਜਿਹੜੀ ਜਮ੍ਹਾਂਬੰਦੀ ਬਣਦੀ ਹੈ, ਦੋਹੇ ਨੰਬਰ ਖਸਰਾ ਦਰਜ ਕੀਤੇ ਜਾਂਦੇ, ਪਹਿਲਾ ਨੰਬਰ ਖਸਰਾ ਕਿਹੜਾ ਸੀ ਤੇ ਹੁਣ ਨੰਬਰ ਖਸਰਾ ਕਿਹੜਾ ਬਣ ਗਿਆ। ਅੱਗੇ ਜਾ ਕੇ ਕੀ ਹੈ, ਵੈਲਸ, ਸਟੇਟਮੈਂਟ ਆਫ ਰਾਈਟ ਇਨ ਵੈਲਸ, ਉਹਦੇ ਵਿੱਚ ਕਿਸ ਪਾਰਟੀ ਦਾ, ਕਿਸ ਖੇਵੜ ਦੇ ਮਾਲਕਾਂ ਦਾ ਕਿੰਨਾ ਕਿੰਨਾ ਸ਼ੇਅਰ ਹੈਗਾ, ਉਹਦੀ ਇੱਕ ਵੱਖਰੀ ਲਿਸਟ ਬਣਦੀ ਹੈਗੀ ਹੈ। ਜਿਵੇਂ ਖੂਹਾਂ ਦੇ ਨੰਬਰਾਂ ਦੀ ਇਹਦੀ ਸੂਚੀ ਬਣਦੀ ਹੈ, ਸੀਰੀਅਲ ਨੰਬਰ ਆਫ ਦਾ ਵੈਲਸ, ਇਹਨੂੰ ਨੰਬਰ ਦਿੱਤੇ ਜਾਂਦੇ ਨੇ, ਨੰਬਰ ਇਨ ਦਾ ਮੈਪ, ਖਤੌਨੀ ਨੰਬਰ, ਨੇਮ ਆਫ ਦਾ ਵੈਲ, ਖੂਹ ਦਾ ਕੀ ਨਾਮ ਹੈਗਾ, ਕਿੰਨੇ ਡੂੰਘਾ ਹੈਗਾ ਇਹ ਖੂਹ ਜਿਹੜਾ ਹੈਗਾ, ਠੀਕ ਹੈ ਜੀ। ਵੈਦਰ ਸਿੰਗਲ ਔਰ ਡਬਲ, ਸਿੰਗਲ ਖੂਹ ਹੈ, ਡਬਲ ਖੂਹ ਹੈ, ਜੋੜੇ ਖੂਹ ਵੀ ਹੁੰਦੇ ਸੀ ਕਿਸੇ ਟਾਈਮ ਦੇ ਵਿੱਚ, ਸਿੰਗਲ ਖੂਹ ਵੀ ਹੁੰਦੇ ਸੀ। ਫਿਰ ਕਿਹੜੀ ਮਾਲਕ, ਕਿਹੜੀ ਖੇਵੜਦਾਰਾਂ ਦਾ ਕਿੰਨਾ ਹਿੱਸਾ ਹੈਗਾ ਇਸ ਖੂਹ ਦੇ ਵਿੱਚ। ਆਪਾਂ ਤੁਸੀਂ ਦੇਖਦੇ ਹੋ ਖੇਵਟਾਂ ਬਣੀਆਂ ਇਹ ਹੁੰਦੀਆਂ ਨੇ, ਆਮ ਤੌਰ ਤੇ ਖੂਹਾਂ ਦੀ ਸਾਂਝੀ ਖੇਵਟ ਹੁੰਦੀ ਹੈ, ਕਈ 4-4 5-5 ਮਾਲਕ ਜਿਹੜੇ ਖੇਵੜਦਾਰ ਜਿਹੜੇ ਰਲ ਕੇ ਖੂਹ ਲਗਾਉਂਦੇ ਸੀ ਉਸ ਸਮੇਂ ਦੇ ਵਿੱਚ। ਉਹਨਾਂ ਦਾ ਸਾਰਾ ਵੇਰਵਾ ਦਿੱਤਾ ਜਾਂਦਾ ਕਿਹੜੇ ਮਾਲਕ ਖੇਵੜਦਾਰ ਵਿੱਚ ਹਿੱਸੇਦਾਰ ਹੈਗੇ ਨੇ। ਆਰਡਨਰੀ ਡਰਿੰਕਿੰਗ ਵੈਲਸ ਨੀਡ ਨਾਟ ਬੀ ਐਂਟਰਡ ਇਨ ਦਾ ਸਟੇਟਮੈਂਟ, ਇਹ ਸਟੇਟਮੈਂਟ ਜਿਹੜੇ ਡਰਿੰਕਿੰਗ ਵੈਲ ਹੁੰਦੇ ਨੇ, ਪਾਣੀ ਵਾਲੇ ਸਾਧਨ, ਉਹ ਜਿਹੜੇ ਪਿੰਡਾਂ 'ਚ ਹੁੰਦੇ ਨੇ ਉਹਨਾਂ ਦਾ ਨਾਮ ਨਹੀਂ ਆ, ਸਿਰਫ ਜਿਹੜੇ ਐਗਰੀਕਲਚਰ ਵਾਲੇ ਖੂਹ ਹੁੰਦੇ ਨੇ, ਖੇਤੀਬਾੜੀ ਵਾਲੇ ਹੀ ਇਸ ਲਿਸਟ 'ਚ ਸ਼ਾਮਲ ਕੀਤੇ ਜਾਂਦੇ ਨੇ। ਡਰਾਈ ਰੈਡ ਸਰਕਲ ਅਰਾਊਂਡ ਦਾ ਨੇਮ ਆਫ ਐਵਰੀ ਵੈਲ ਮੇਡ ਸਿੰਸ ਲਾਸਟ ਸੈਟਲਮੈਂਟ। ਜਿਹੜੇ ਲਾਸਟ ਸੈਟਲਮੈਂਟ ਦੇ ਵਿੱਚ ਖੂਹ ਮੌਜੂਦ ਸੀਗੇ ਉਹਨਾਂ ਨੂੰ ਲਾਲ ਸ਼ੇਡ ਦੇ ਨਾਲ ਰਾਉਂਡ ਕਰ ਦਿੱਤਾ ਜਾਂਦਾ ਤਾਂ ਕਿ ਪਤਾ ਚੱਲ ਜੇ ਵੀ ਜਿਹੜਾ ਇਹ ਖੂਹ ਹੈ ਪਹਿਲੇ ਟਾਈਮ ਤੋਂ ਹੀ ਹੈਗਾ। ਇਨ ਕਾਲਮ ਨੰਬਰ 11 ਐਂਟਰ ਦਾ ਈਚ ਵੈਲ, ਹਿਸਟਰੀ ਆਫ ਦਾ ਵੈਲ, ਇਹ ਹਿਸਟਰੀ ਕਿਹਨੇ ਬਣਵਾਇਆ ਸੀ, ਕਦੋਂ ਬਣਵਾਇਆ ਸੀਗਾ, ਕਿਵੇਂ ਬਣਿਆ ਸੀਗਾ, ਠੀਕ ਹੈ। ਐਂਡ ਵੈਨ ਬਿਲਟ ਔਰ ਪ੍ਰੀਪੇਅਰਡ, ਐਂਡ ਵੈਨ, ਪੁਰਾਣੀ ਗੱਲਾਂ ਨੇ ਸਾਰੀਆਂ। ਮੈਥਡ ਆਫ ਦਾ ਵਰਕਿੰਗ ਆਫ ਦਾ ਵੈਲ, ਅਦਰ ਇਰੀਗੇਸ਼ਨ ਅਰੇਂਜਮੈਂਟਸ ਨਾਓ ਇਨ ਦਾ ਫੋਰਸ, ਪਹਿਲਾਂ ਪਾਣੀ ਖੂਹ ਤੋਂ ਚੱਲਦਾ ਸੀ, ਹੁਣ ਕੀ ਸਾਧਨ ਹੈਗੇ। ਮੋਡ ਆਫ ਦਾ ਰਜਿਸਟਰੀ, ਵੋਟਿੰਗ ਉਹਦਾ ਰੈਵਨਿਊ, ਤਾਂ ਫਿਰ ਇਹ ਜਿਹੜੇ ਮਾਮਲਾ ਭਰਦੇ ਸੀ ਲੋਕ ਤਾਂ ਕਿਵੇਂ ਭਰਦੇ ਸੀ, ਖੂਹ ਦੇ ਮੁਤਾਬਕ ਕੋਈ ਕਿਸੇ ਨੂੰ ਕੋਈ ਛੋਟ ਵੋਟ ਵਗੈਰਾ ਹੁੰਦੀ ਸੀ। ਪਾਰਟੀਕੂਲਰ ਐਗਜ਼ੈਂਪਸ਼ਨਸ ਫਰੋਮ ਦਾ ਇਰੀਗੇਟਡ ਰੇਟਸ। ਅੱਗੇ ਗਿਆ ਬਾਜੂਲ ਆਰਚ, ਬਾਜੂਲ ਆਰਚ ਪਿੰਡ ਦੇ ਰੀਤੀ ਰਿਵਾਜ, ਜਿਵੇਂ ਕਿ ਕੰਸਟੀਟਿਊਸ਼ਨ ਆਫ ਦਾ ਵਿਲੇਜ, ਪਿੰਡ ਦਾ ਸੰਵਿਧਾਨ, ਕਿਉਂਕਿ ਅੱਜ ਵੀ ਮਤਲਬ ਕਿ ਕੋਰਟਾਂ ਇਹਦੇ ਮੁਤਾਬਕ ਕਿਸੇ ਪਿੰਡ ਦੇ ਕੋਈ ਡਿਸਪਿਊਟ ਹੁੰਦੇ ਨੇ ਜ਼ਮੀਨ ਨੂੰ ਲੈ ਕੇ, ਤੇ ਅੱਜ ਵੀ ਜਿਹੜੀਆਂ ਕੋਰਟਾਂ ਹੈਗੀਆਂ ਉਹਦੇ ਵਿੱਚ ਵੀ ਅੱਜ ਵੀ ਇਹਦੀ ਵੈਲਿਊ ਬਹੁਤ ਹੈਗੀ ਹੈ। ਪਿੰਡ ਦੇ ਰੀਤੀ ਰਿਵਾਜ ਕੀ ਸੀਗੇ, ਠੀਕ ਹੈ, ਉਹ ਇੱਕ ਲਿਸਟ ਬਣੀ ਹੋਈ ਹੈਗੀ ਹੈ। ਇਹ ਦੇਖੋ, ਸਟੇਟਮੈਂਟ ਸ਼ੁੱਡ ਕੰਟੇਨ ਇਨਫੋਰਮੇਸ਼ਨ ਔਨ ਸੋ ਮੈਨੀ ਆਫ ਦਾ ਵਿਲੇਜ ਫੋਲੋਇੰਗ ਮੈਟਰਸ ਐਜ਼ ਅ ਪਰਟੀਨੈਂਟ ਟੂ ਦਾ ਸਟੇਟ। ਕਾਮਨ ਲੈਂਡ, ਪਿੰਡ ਦੀ ਜਿਹੜੀ ਕਾਮਨ ਲੈਂਡ ਹੈਗੀ ਹੈ ਉਹ ਕਿੰਨੀ ਹੈਗੀ ਹੈ। ਇਟਸ ਕਲਟੀਵੇਸ਼ਨ ਐਂਡ ਮੈਨੇਜਮੈਂਟ, ਕੌਣ ਇਹਨੂੰ ਕਲਟੀਵੇਟ ਕਰੇਗਾ, ਕੌਣ ਇਹਦੀ ਮੈਨੇਜਮੈਂਟ ਕਰੇਗਾ, ਐਂਡ ਦਾ ਇੰਜੋਇਮੈਂਟ ਆਫ ਦਾ ਪ੍ਰੋਸੀਡਸ, ਜਿਹੜੇ ਤੋਂ ਉਪਜ ਹੋਏਗੀ ਉਹ ਕਿਹੜੇ ਕੰਮਾਂ ਲਈ ਯੂਜ਼ ਕੀਤੀ ਜਾਏਗੀ। 2 ਮਿੰਟ ਬਸ। ਤੇ ਫਿਰ ਹੈਗਾ ਅੱਗੇ ਰਾਈਟ ਆਫ ਦਾ ਗ੍ਰੇਜ਼ਿੰਗ, ਕੋਈ ਜਿਹੜੀ ਕਾਮਨ ਲੈਂਡ ਜਿਵੇਂ ਕਿ ਚਰਾਗਾ ਕੋਈ ਛੱਡੀ ਵੀ ਹੈਗੀ ਹੈ, ਕੌਣ ਲੋਕ ਉਹਦੇ ਉੱਪਰ ਜਿਹੜੇ ਹੈਗੇ ਆਪਦੇ ਡੰਗਰ ਚਾਰਨਗੇ। ਇੰਜੋਇਮੈਂਟ ਆਫ ਦਾ ਸਿਆਰ ਪ੍ਰੋਡਿਊਸ, ਰਾਈਟ ਦਾ ਇੰਜੋਇਮੈਂਟ ਆਫ ਦਾ ਸਿਆਰ ਪ੍ਰੋਡਿਊਸ। ਵਿਲੇਜ ਐਕਸਪੈਂਸਿਸ, ਮਲਬਾ, ਕਸਟਮ ਦਾ ਇਰੀਗੇਸ਼ਨ ਦੇ ਕੀ ਰੀਤੀ ਰਿਵਾਜ ਨੇ, ਕਸਟਮਸ, ਮਿਲਸ, ਟੈਂਕਸ, ਸਟੀਮਸ, ਨੈਚੁਰਲ ਡਰੇਨੇਜ ਦੇ ਕੀ ਰੀਤੀ ਰਿਵਾਜ ਨੇ, ਕਿਵੇਂ ਲੋਕ ਜਿਹੜਾ ਪਿੰਡ ਨੂੰ ਮਤਲਬ ਕਿ ਉਹ ਜਿਹੜਾ ਪਾਣੀ ਯੂਜ਼ ਕਰਨਗੇ। ਬੁਰਦੀ ਬਰਾਮਦੀ ਦੇ ਵਿੱਚ ਕੀ ਸਾਧਨ ਹੋਏਗਾ, ਜੇ ਕੋਈ ਬੁਰਦੀ ਹੋਊਗੀ, ਬਰਾਮਦਗੀ ਹੋਈ ਤਾਂ ਕੀ ਉਹਦਾ ਮਾਮਲਾ ਜਿਹੜਾ ਰੈਂਟ ਹੈਗਾ ਉਹ ਮਾਫ ਹੋਏਗਾ, ਕਿਵੇਂ ਹੋਏਗਾ, ਕਿਸ ਤਰ੍ਹਾਂ ਹੋਏਗਾ, ਠੀਕ ਹੈ। ਸਾਰੇ ਪਿੰਡਾਂ ਤੇ ਇਹ ਜਿਹੜੇ ਰੀਤੀ ਰਿਵਾਜ ਨੇ ਪਿੰਡ ਦੇ ਦਰਜ ਕੀਤੇ ਗਏ ਨੇ। ਨਜ਼ੂਲ ਜ਼ਮੀਨ ਹੈ ਉਹਦਾ ਕੀ ਕਰਨਾ ਹੈ, ਇਹ ਸਾਰੇ ਹੀ ਦਰਜ ਕੀਤੇ ਗਏ ਨੇ। ਇਹ ਪਿੰਡ ਦੀ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੰਸਟੀਟਿਊਸ਼ਨ ਹੋ ਜਾਂਦਾ ਹੈ, ਰੀਤੀ ਰਿਵਾਜ ਨੇ ਪਿੰਡ ਦੇ, ਇਹਦੇ ਮੁਤਾਬਕ ਜਿਹੜਾ ਹੈਗਾ ਸਾਰਾ ਕਾਰਵਾਈ ਚੱਲਦੀ ਹੈ ਅੱਗੇ। whether record of rights is being made for the first time if the persons interested are not agreed as to the existence
of any alleged customs, the collectors or the assistant collector of the first grade shall decide the dispute in the manner provided in section 36 of the Land Revenue Act। ਜਦੋਂ ਇਹ ਰੀਤੀ ਰਿਵਾਜ ਬਣਾਏ ਜਾਂਦੇ ਨੇ, ਜੇ ਕੋਈ ਵਿਅਕਤੀ ਕੁਛ ਕਿਸੇ ਰੀਤੀ ਰਿਵਾਜਾਂ ਦੇ ਨਾਲ ਸਹਿਮਤ ਨਹੀਂ ਹੁੰਦੇ, ਪਹਿਲੀ ਵਾਰ ਰਿਕਾਰਡ ਤਿਆਰ ਕੀਤਾ ਗਿਆ ਹੁੰਦਾ ਹੈ, ਕੋਈ ਰਿਕਾਰਡ ਪਹਿਲੀ ਵਾਰ ਤਿਆਰ ਹੋ ਰਿਹਾ ਹੁੰਦਾ, ਕਿਸੇ ਵਿਅਕਤੀ ਨੂੰ ਕੋਈ ਜਿਹੜਾ ਹੈਗਾ ਕੋਈ ਆਬਜੈਕਸ਼ਨਸ ਹੈਗਾ ਤਾਂ ਉਹ ਤਹਿਸੀਲਦਾਰ ਵੱਲੋਂ ਸੁਣਿਆ ਜਾਂਦਾ ਹੈ। ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 36 ਦੇ ਤਹਿਤ ਕਲੈਕਟਰ ਜਾਂ ਅਸਿਸਟੈਂਟ ਕਲੈਕਟਰ ਦੇ ਜਿਹੜੇ ਹੈਗਾ ਫੈਸਲਾ ਕਰ ਸਕਦੇ ਨੇ। ਤਹਿਸੀਲਦਾਰ ਆਰ authorized finally to attest and all the undisputed entries in a valuable arts। ठीक है जी। when the statement is complete shall fix a date for final approval and summons the persons interested to appear on the date at place in the मतलब कि सारे पिंड ਦੇ ਲੋਕਾਂ ਦਾ ਇਕੱਠ ਕਰਕੇ ਫਿਰ ਉੱਚ ਸੁਣਾ ਦਿੱਤੀ ਜਾਂਦੀ ਹੈ ਇਹ ਵਾਜ਼ੂਲ ਆਰਟਸ। ਜੇ ਕੋਈ ਪਿੰਡ ਦੇ ਕੋਈ ਉਹ ਹੈਗੇ ਨੇ ਮੌਰਗੇਜ ਕੋਈ ਜ਼ਮੀਨਾਂ ਹੋਈਆਂ ਨੇ, ਠੀਕ ਹੈ, ਉਹਦੀ ਇੱਕ ਲਿਸਟ ਬਣ ਜਾਂਦੀ ਹੈ, ਉਹ ਨਾਲ ਲੱਗ ਜਾਂਦੀ ਹੈ ਇਸ ਜਮ੍ਹਾਂ ਹੁੰਦੀ ਦੇ ਨਾਲ। ਨੇਮ ਆਫ ਦਾ ਓਨਰ, ਟੇਨੈਂਟਸ, ਰਿਟਨ ਸ਼ਾਰਟ, ਲੈਂਡ ਵਿਦ ਡਿਟੇਲ, ਕਿਹੜੀ ਜ਼ਮੀਨ ਹੈ, ਰੈਂਟ ਵਿਦ ਰੇਟਸ ਐਂਡ ਅਮਾਊਂਟ, ਡੇਟਸ, मतलब कि अलग तौर पर सूची बन जाती है, बखरी लिस्ट ऑफ द रेंट्स, किराएदारां दी सूची, लिस्ट ऑफ मॉर्गेजेस, कोई जमीनां कब्जे समेत गहने पाईयां भी ने कुछ मालकां ने, उन्हां दी एक वक्री सूची लग जाती है। ठीक है जी। अज का लैक्चर आप इत्थे खत्म करांगे ते अगले लैक्चर दे विच असीं पढ़ांगे अपेंडिक्स नंबर 21। थैंक यू सर। तो टाइम का होगी सीधी सर ਨਾਲ ਗੱਲ। हाँ जी। तो कहते ठीक है, तो 7 बजे रख लो सर। ओके ठीक है। थैंक यू सर। ठीक। एनी क्वेश्चन, एनी प्रॉब्लम? थोड़ा जिहा पुराना काम हैगा ਇਹ ਜਿਹੜਾ ਸੈਟਲਮੈਂਟ ਮੈਨੂਅਲ ਹੈਗਾ, ਪਰ ਆਪਣੇ ਸਿਲੇਬਸ ਤੇ ਕੁਝ ਜ਼ਿਆਦਾ ਨਹੀਂ ਹੈਗਾ। ਅਪੈਂਡਿਕਸ ਇਹੀ ਹੈ ਵੀ ਮੇਜਰਮੈਂਟ ਕਿਵੇਂ ਹੁੰਦੀ ਹੈ, ਬਾਜ਼ੂਵਾਲਾ ਕਿਵੇਂ ਬਣਦੀ ਹੈ, ਖਤੌਨੀ ਪਰਮੈਸ਼ ਕਿਵੇਂ ਬਣਦੀ ਹੈ, ਫੀਲਡ ਬੁੱਕ ਕਿਸ ਤਰ੍ਹਾਂ ਬਣਦੀ ਹੈ, ਜਿਹੜਾ ਕੁਰਸੀਨਾਮਾ ਉਹ ਕਿਵੇਂ ਤਿਆਰ ਕੀਤਾ ਜਾਂਦਾ ਹੈ। ਠੀਕ ਹੈ ਜੀ। ਕੋਈ ਕੁਐਸਚਨ ਤਾਂ ਨਹੀਂ ਕਿਸੇ ਦਾ ਜੀ? ਸਰ ਵਾਜਿਬਲ ਅਰਜ਼ ਬਾਰੇ ਪੁੱਛਿਆ। ਹਾਂ, ਇਹ ਜਮਾਬੰਦੀ ਦੇ ਨਾਲ ਲੱਗਦੀ ਹੈ ਜੀ? ਨਾਲ ਲੱਗਦੀ ਸੀ? ਇਹ ਜਮਾਬੰਦੀ ਨਾਲ ਨਹੀਂ ਲੱਗਦੀ ਸੀ। ਜਦੋਂ ਸੈਟਲਮੈਂਟ ਕਿਸੇ ਪਿੰਡ ਦੀ ਹੁੰਦੀ ਹੈ, ਠੀਕ ਹੈ, ਜੀ। ਜਦੋਂ ਜਮਾਬੰਦੀ ਸੈਟਲਮੈਂਟ ਕਿਸੇ ਪਿੰਡ ਦੀ ਹੁੰਦੀ ਹੈ, ਉਸ ਵੇਲੇ ਤਿਆਰ ਕੀਤੀ ਜਾਂਦੀ ਹੈ। ਪਿੰਡ ਦੇ ਰੀਤੀ ਰਿਵਾਜ ਸਾਰੇ ਦਰਜੇ 'ਚ ਕੀਤੇ ਜਾਂਦੇ ਨੇ। ਵੀ ਜਿਵੇਂ ਕੋਈ ਕਾਮਨ ਲੈਂਡ ਹੈ, ਚਰਾਗਾਹ ਹੈਗੀ ਹੈ, ਕਿਹੜੇ ਲੋਕ ਇਹਨੂੰ ਵਰਤਣਗੇ, ਕਿਹੜੀ ਪੱਤੀ ਦੀ ਹੈਗੀ ਹੈ, ਕਿਹੜੀ ਪੱਤੀ ਲਈ ਇਹ ਜ਼ਮੀਨ ਛੱਡੀ ਗਈ ਹੈ, ਕਿਹੜੇ ਲੋਕ ਇਹਨੂੰ ਯੂਟਿਲਾਈਜ਼ ਕਰਨਗੇ, ਖੂਹ ਹੈ, ਕਿਹੜੇ ਲੋਕ ਇਹ ਜਿਹੜਾ ਸਾਂਝਾ ਖੂਹ ਹੈ, ਕਿਹੜੇ ਲੋਕ ਇਹਦੇ ਤੋਂ ਪਾਣੀ ਯੂਟਿਲਾਈਜ਼ ਆਪਦੇ ਖੇਤੀ ਨੂੰ ਕਰਨਗੇ, ਤੇ ਜੇ ਕੋਈ ਕਮੀ ਨੇ ਉਹਨਾਂ ਨੂੰ ਮਤਲਬ ਕਿ ਕਿੰਨਾ ਹਾੜੀ ਸਾਉਣੀ ਦੇ ਵਿੱਚ ਕੀ ਦਿੱਤਾ ਜਾਣਾ ਹੈਗਾ। ਇਸੇ ਤਰੀਕੇ ਕੁਛ ਰਿਵਾਜ ਇੱਦਾਂ ਦੇ ਹੁੰਦੇ ਨੇ, ਜਿਵੇਂ ਕੋਈ ਤਰਖਾਣ ਨੇ, ਲੋਹਾਰ ਨੇ, ਠੀਕ ਹੈ, ਉਹਨਾਂ ਨੂੰ 1 ਬੋਰੀ 2 ਬੋਰੀ ਜਮਾ ਕਿੰਨੀ ਕਣਕ ਜਾਂ ਜਿਹੜੀ ਵੀ ਪੈਦਾਵਾਰ ਅਨਾਜ ਦਾ ਸਾਧਨ ਕੋਈ ਉਹਨੂੰ ਦੇਣਾ ਹੈ। ਪਾਣੀ ਪਿਲਾਉਣ ਵਾਲਾ ਕੋਈ ਬੰਦਾ ਹੈਗਾ ਪਿੰਡਾਂ 'ਚ ਜਾ ਕੇ, ਖੇਤਾਂ 'ਚ ਜਾ ਕੇ, ਤਾਂ ਉਹਨੂੰ ਕੀ ਦਿੱਤਾ ਜਾਣਾ ਹੈ, ਤੇਲੀ ਹੈ ਕੋਈ ਮਤਲਬ ਕਿ ਉਹਨੂੰ ਕੀ ਦਿੱਤਾ ਜਾਂਦਾ ਹੁੰਦਾ ਹੈ। ਇਹ ਸਾਰੇ ਰੀਤੀ ਰਿਵਾਜ ਪਿੰਡ ਦੇ ਹੁੰਦੇ ਨੇ, ਉਹਦੇ ਮੁਤਾਬਕ ਹੀ ਚੱਲਦੇ ਨੇ। ਜਿਵੇਂ ਕੋਈ ਕਿਸੇ ਨੂੰ ਠੇਕੇ ਤੇ ਦਿੰਦਾ ਹੈ ਤਾਂ ਉਹਦਾ ਕੀ ਠੇਕਾ ਚੱਲੇਗਾ ਪਿੰਡ ਦੇ ਵਿੱਚ, ਠੀਕ ਹੈ। ਪਿੰਡ ਦੇ ਕੋਈ ਸਾਂਝੇ ਕੰਮ ਹੁੰਦੇ ਨੇ ਤਾਂ ਕਿਹੜੇ ਲੋਕ ਉਹ ਜਿਹੜੀ ਹੈਗੀ ਕੰਟਰੀਬਿਊਸ਼ਨ ਕਰਨਗੇ, ਕਿਹੜੇ ਨਹੀਂ ਕਰਨਗੇ, ਇਹ ਪਿੰਡ ਦੇ ਰੀਤੀ ਰਿਵਾਜ ਸਾਰੇ ਹੁੰਦੇ ਆ, ਉਹ ਜਿਹੜੇ ਕਿ ਵਾਜਬ ਦਰਜ ਕੀਤੇ ਜਾਂਦੇ ਨੇ। ਇਹਦੇ ਮੁਤਾਬਕ ਹੀ ਜਿਹੜੇ ਹੈਗਾ ਇਸ ਨੂੰ ਅਸੀਂ ਪਿੰਡ ਦਾ ਸੰਵਿਧਾਨ ਕਹਿ ਦਿੰਦੇ ਹਾਂ। ਇਹ ਉਸ ਵੇਲੇ ਜਮਾਬੰਦੀ ਜਿਹੜੀ ਸੈਟਲਮੈਂਟ ਹੁੰਦੀ ਹੈ ਉਹਦੇ ਨਾਲ ਲੱਗਦਾ ਹੈਗਾ, ਉਹਦਾ ਪਾਰਟ ਹੁੰਦਾ ਹੈ। ਜਿਵੇਂ ਕਿ ਠੀਕ ਹੈ ਸਰ। ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ।